ਸਹੀ ਮਾਇਨੇ ਦੇ ਵਿੱਚ ਹੁਣ ਤੱਕ 3 ਅਜਿਹੇ ਉਦਾਹਰਣ ਹੋ ਗਏ ਨੇ। ਸਾਰਿਆਂ ਪਹਿਲਾ ਵੱਡਾ ਉਦਾਹਰਣ 2016 ਨਵੰਬਰ ਦੇ ਵਿੱਚ ਹੋਇਆ, ਜਦੋਂ 4 ਘੰਟਿਆਂ ਦੇ ਬਾਅਦ ਹੀ ਕਹਿ ਦਿੱਤਾ ਕਿ 1000 ਦਾ ਨੋਟ ਤੇ 500 ਦਾ ਨੋਟ ਬੰਦ। ਪਰ ਕਿਉਂਕਿ ਉਹ ਇੱਕ ਆਪਣੀ ਮਨਮਾਨੀ ਸੀ, ਜਿਹੜੇ ਮੰਤਰ ਦੱਸਦੇ ਰਹੇ ਅਸੀਂ ਇਹਦੇ ਨਾਲ ਬਲੈਕ ਮਨੀ ਖਤਮ ਕਰ ਦਿਆਂਗੇ, ਅਸੀਂ ਇਹਦੇ ਨਾਲ ਫੇਕ ਕਰੰਸੀ ਖਤਮ ਕਰ ਦਿਆਂਗੇ, ਕੋਈ ਚੀਜ਼ ਨਹੀਂ ਹੋਈ। GST ਵੇਲੇ ਵੀ ਇਹੀ ਹੋਇਆ, ਜਲਦਬਾਜ਼ੀ ਦੇ ਵਿੱਚ ਅਤੇ ਉਹਦੇ ਵਿੱਚ ਖਾਮੀਆਂ ਨੇ ਬਹੁਤ। ਉਹ ਕਾਨੂੰਨ ਚੱਕ ਕੇ ਬਣਾ ਕੇ ਇਸ ਤਰ੍ਹਾਂ ਦਿਖਾ ਦਿੱਤਾ ਰਾਤ ਨੂੰ 12 ਵਜੇ ਪਾਰਲੀਮੈਂਟ ਦਾ ਸੈਸ਼ਨ ਕਰਕੇ, ਜਿਵੇਂ ਕਿ ਦੂਜੀ ਆਜ਼ਾਦੀ ਹਿੰਦੁਸਤਾਨ ਦੀ ਹੋਈ। ਸਰਕਾਰ ਤੇ ਸ਼ਾਇਦ ਜਾਇਜ਼ਾ ਹੀ ਨਹੀਂ ਲੱਗਿਆ, ਅੰਦਾਜ਼ਾ ਹੀ ਨਹੀਂ ਹੋਇਆ ਕਿ 1000 ਕਰੋੜ ਰੁਪਏ ਦਾ सेंट्रल मिनिस्टर पार्लियामेंट नामा बनाने, प्रधानमंत्री का मकान नवा बनाना, 20,000 करोड़ रुपया उन्होंने चीज़ों के लगाने के वास्ते अज भी जिद करी जा रहे हैं। ਅੱਜ ਮੇਰੇ ਨਾਲ ਜੁੜ ਬੈਠੇ ਨੇ ਪੰਜਾਬ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਜੀ। ਪਵਨ ਕੁਮਾਰ ਬੰਸਲ ਜੀ, ਤੁਹਾਡਾ ਆਪਣਾ ਫਰੈਂਡਸ ਚੈਨਲ ਤੇ ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ। ਹੁਣ ਇਸ ਟਾਈਮ ਦੇ ਉੱਤੇ ਜਦੋਂ ਕਿ ਐਵਰੀ ਡੇ ਤਕਰੀਬਨ 8 ਤੋਂ 9,000 ਬੰਦਾ ਹਰ ਰੋਜ਼ ਨਵਾਂ ਆ ਰਿਹਾ ਕਰੋਨਾ ਵਾਇਰਸ ਦਾ ਸ਼ਿਕਾਰ, ਇਸ ਟਾਈਮ ਤੇ ਦੇਸ਼ ਨੂੰ ਪੂਰੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪੂਰੀਆਂ ਜਿਹੜੀਆਂ ਹੈਗੀਆਂ ਉਹ ਦੁਕਾਨਾਂ ਖੁੱਲ੍ਹ ਰਹੀਆਂ, ਫੈਕਟਰੀਆਂ ਖੁੱਲ੍ਹ ਰਹੀਆਂ, ਮਗਰ ਜਿਸ ਟਾਈਮ ਦੇ ਉੱਤੇ ਇਹ ਕੇਸ 150 ਆਉਂਦੇ ਸੀ ਉਸ ਟਾਈਮ ਤੇ ਬੰਦ ਸੀਗਾ। ਹੁਣ ਜਦੋਂ 9-9, 10-10 ਹਜ਼ਾਰ ਦੀ ਗਿਣਤੀ ਪਹੁੰਚ ਗਈ ਹੈ ਤੇ ਹੁਣ ਅਸੀਂ ਖੋਲ੍ਹ ਰਹੇ ਹਾਂ। ਇਹ ਜਿਹੜਾ ਲੋਕਡਾਊਨ ਮੋਦੀ ਜੀ ਨੇ ਕੀਤਾ, ਤੁਸੀਂ ਕਿੰਨਾ ਕੁ ਸਫਲ ਸਮਝਦੇ ਜੀ ਇਹਨੂੰ? ਮੈਂ ਇਸ ਨੂੰ ਸ਼ੁਰੂਆਤ ਤੋਂ ਲੈਣਾ ਚਾਹਾਂਗਾ ਇਸ ਦੀ ਗੱਲ ਦਾ। ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਜਦੋਂ ਲੋਕਡਾਊਨ ਲਗਾਇਆ ਉਦੋਂ ਬੁਨਿਆਦੀ ਤੌਰ ਤੇ ਗਲਤੀ ਉਦੋਂ ਕੀਤੀ ਸੀ। 1 ਮਾਰਚ ਨੂੰ WHO ਨੇ ਇਸ ਨੂੰ ਪੈਂਡੇਮਿਕ ਇੱਕ ਕਰਾਰ ਡਿਕਲੇਅਰ ਕੀਤਾ ਹਾਂਜੀ। ਤੋਂ ਬਾਅਦ ਜ਼ਰੂਰਤ ਇਹ ਸੀ, ਜਦੋਂ ਪੈਂਡੇਮਿਕ ਇਹਨੂੰ ਕਹਿ ਦਿੱਤਾ ਕਿ ਮਹਾਮਾਰੀ ਹੈ ਪੂਰੇ ਦੁਨੀਆ ਭਰ ਦੇ ਵਿੱਚ, ਸਾਨੂੰ ਨਾਲ ਦੀ ਨਾਲ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਸੀ। ਬੇਸ਼ੱਕ ਇਹਨਾਂ ਨੇ 25 ਨੂੰ ਲਗਾ ਦਿੱਤਾ, ਮੈਂ ਤਾਂ ਇਹ ਕਹਿੰਦਾ ਹਾਂ, ਅਸੀਂ ਹੋਰ ਲੋਕ ਵੀ ਕਹਿੰਦੇ ਹਾਂ ਕਿ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਘੇਰਨ ਕਾਰਨ ਦੇਰੀ ਕੀਤੀ। ਉਦੋਂ ਬਲਕਿ ਨਾਲ ਦੀ ਨਾਲ ਅਗਰ ਪਲਾਨ ਕਰਕੇ ਕੀਤਾ ਹੁੰਦਾ, ਉਸੇ ਦਿਨ ਨੂੰ ਇਹ ਐਲਾਨ ਕਰ ਦਿੰਦੇ ਕਿ ਅਸੀਂ 25 ਤਰੀਕ ਨੂੰ ਹੀ ਲਗਾਉਣਾ ਹੈ, ਜਿਹੜੇ 25 ਨੂੰ ਹੁਣ ਕੀਤਾ। ਇਹਦੇ ਵਿੱਚ ਲੋਕਾਂ ਨੂੰ ਇੱਕ ਸਮੇਂ ਮਿਲ ਜਾਂਦਾ, ਹਰ ਇੱਕ ਨੂੰ ਆਪਣੇ ਆਪਣੇ ਘਰੀ ਜਿਨ੍ਹਾਂ ਨੇ ਵਾਪਸ ਜਾਣਾ ਸੀ ਉਹ ਆਪਣੇ ਵਾਪਸ ਜਾ ਸਕਦੇ ਸਨ, ਕਿਉਂਕਿ ਸਾਡੇ ਇੱਕ ਜਿਹੜੇ ਪ੍ਰਵਾਸੀ ਮਾਈਗ੍ਰੈਂਟ ਲੇਬਰ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਵੱਖੋ ਵੱਖ 5-4 ਸੂਬਿਆਂ ਤੋਂ ਬਹੁਤ ਜ਼ਿਆਦਾ ਆਏ ਹੋਏ ਨੇ। ਖਾਸ ਤੌਰ ਤੇ ਪੰਜਾਬ ਦੇ ਵਿੱਚ ਨੇ, ਹਰਿਆਣਾ ਵਿੱਚ ਨੇ, ਦਿੱਲੀ ਦੇ ਵਿੱਚ ਬਹੁਤ ਖਾਸ ਨੇ, ਮੈਂ ਚੰਡੀਗੜ੍ਹ ਦੇ ਵਿੱਚ ਹਾਂ, ਚੰਡੀਗੜ੍ਹ ਦੇ ਵਿੱਚ ਬਹੁਤ ਖਾਸ ਨੇ। ਉਹ ਸਾਰਿਆਂ ਦੇ ਵਾਸਤੇ ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਕਿ ਪਹਿਲਾਂ ਹੀ ਇਸ ਚੀਜ਼ ਦਾ ਇੱਕ ਪੂਰੀ ਦੀ ਯੋਜਨਾ ਬਣਾਈ ਜਾਂਦੀ। ਉਹਦੇ ਤਹਿਤ ਕਿੰਨੇ ਲੋਕ ਕਿਵੇਂ ਜਾਣਗੇ, ਦੂਜੀਆਂ ਟ੍ਰੇਨਸ ਕਦੋਂ ਬੰਦ ਹੋ ਜਾਣਗੀਆਂ, ਕਦੋਂ ਤੱਕ ਫਲਾਈਟਸ ਆਉਣਗੀਆਂ, ਫਲਾਈਟ ਕਿਹੜੀ ਤਾਰੀਖ ਤੋਂ ਬੰਦ ਹੋ ਜਾਣਗੀਆਂ। ਲੋਕਾਂ ਨੂੰ 15 ਦਿਨਾਂ ਦਾ ਇੱਕ ਵਕਫਾ ਮਿਲਦਾ। ਉਹਦੇ ਵਿੱਚ ਸਾਰੇ ਲੋਕ ਆਪਣੇ ਨਿੱਜੀ ਤੌਰ ਤੇ ਵੀ ਪਲਾਨ ਕਰ ਲੈਂਦੇ। ਬਾਹਰੋਂ ਜਿਹੜੀਆਂ ਫਲਾਈਟਸ ਆਉਂਦੀਆਂ ਉਹਨਾਂ ਨੂੰ ਕੁਆਰੰਟੀਨ ਕਰ ਦਿੰਦੇ, ਪਰ ਜਿਹੜੇ ਲੋਕ ਆ ਰਹੇ ਸਨ ਉਹਨਾਂ ਨੂੰ ਆਉਣ ਦਿੰਦੇ। ਹੁਣ ਪੂਰੇ ਦੁਨੀਆ ਭਰ ਦੇ ਵਿੱਚ ਹਿੰਦੁਸਤਾਨ ਦੇ ਲੋਕ ਫਸੇ ਬੈਠੇ ਨੇ, ਹਿੰਦੁਸਤਾਨ ਦੇ ਵਿੱਚ ਬਾਹਰਲੇ ਬੈਠੇ ਰਹੇ, ਅਤੇ ਇੱਥੇ ਜਿਹੜੇ ਲੋਕ ਆਉਣਾ ਚਾਹੁੰਦੇ ਸਨ ਉਹ ਇੱਥੇ ਹੀ ਫਸੇ ਰਹੇ, ਉਹ ਵੀ ਆਪਣੇ ਆਪਣੇ ਘਰਾਂ 'ਚ ਨਹੀਂ ਜਾ ਪਾਏ। ਉਹਦੇ ਕਾਰਨ ਵੀ ਇੱਕ ਮਹਾਮਾਰੀ ਇੱਕ ਹੋਰ ਸ਼ਕਲ ਲੈ ਗਈ। ਉਹਦੇ ਨਾਲ ਜਿੱਥੇ ਜਿੱਥੇ ਲੋਕ ਜ਼ਿਆਦਾ ਇਕੱਠੇ ਸਨ ਉੱਥੇ ਹੋਰ ਕਿਸੇ ਇੱਕ ਦੇ ਕਰਕੇ ਹੋਰ ਗਾਹਾਂ ਗਾਹਾਂ ਵੱਧਦਾ ਗਿਆ। ਅਤੇ ਜਦੋਂ ਇਹਨਾਂ ਨੇ ਵੇਖਿਆ ਕਿ ਇਹਨਾਂ ਦੀ ਕੋਈ ਚੀਜ਼ ਇੰਨਾ ਸਖਤ ਲੋਕਡਾਊਨ ਪੂਰੀ ਦੁਨੀਆ ਵਿੱਚ ਨਹੀਂ ਲੱਗਿਆ ਜਿਹੜਾ ਹਿੰਦੁਸਤਾਨ ਦੇ ਵਿੱਚ ਲਗਾ ਦਿੱਤਾ, ਉਹਦਾ ਸਾਡੀ ਅਰਥ ਵਿਵਸਥਾ ਤੇ ਕੀ ਹਾਲਾਤ ਹੋਈ, ਉਹਦਾ ਅਸਰ ਪਿਆ, ਇਹ ਵੀ ਹਾਲੇ ਸਰਕਾਰ ਨੂੰ ਨਹੀਂ ਪਤਾ। ਸਰਕਾਰ ਹਾਲੇ ਵੀ ਗਲਤ ਫਹਿਮੀ ਦੇ ਵਿੱਚ ਹੈ ਕਿ ਸ਼ਾਇਦ ਅਸੀਂ ਇਸ ਤੇ ਕਾਬੂ ਪਾ ਲਵਾਂਗੇ, ਜਿਵੇਂ ਕਿ ਉਹਨਾਂ ਦੀਆਂ ਰੋਜ਼ਾਨਾ ਆਪਣੀਆਂ ਸਟੇਟਮੈਂਟਸ ਆਉਂਦੀਆਂ ਨੇ, ਪਰ ਸਹੀ ਮਾਇਨੇ ਦੇ ਵਿੱਚ ਇਸ ਤੇ ਕਾਬੂ ਨਹੀਂ ਪਾਉਣਗੇ। ਕਿੰਨੀ ਸਾਡੀ ਅਰਥ ਵਿਵਸਥਾ ਨੂੰ ਵੱਡੀ ਸੱਟ ਵੱਜੇਗੀ ਇਹਦੀ, ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਇਹਦਾ। ਅਸੀਂ ਚਾਹੁੰਦੇ ਹਾਂ ਕਿ ਠੀਕ ਹੋਵੇ, ਪਰ ਮੈਂ ਜਿਹੜੀ ਗੱਲ ਦਾ ਸਵਾਲ ਤੁਸੀਂ ਕੀਤਾ ਸੀ ਕਿ ਜਦੋਂ ਇਹਨਾਂ ਨੇ ਵੇਖਿਆ ਕਿ ਇਹ ਤਾਂ ਕੁਝ ਹੋ ਨਹੀਂ ਰਿਹਾ, ਤਾਂ ਵੱਧਦੇ ਜਾ ਰਹੇ ਨੇ ਤੇ ਜਗ੍ਹਾ ਜਗ੍ਹਾ ਹਾਹਾਕਾਰ ਮਚਿਆ ਪਿਆ ਹੈ, ਲੋਕਾਂ ਕੋਲੇ ਖਾਣ ਵਾਸਤੇ, ਰੋਟੀ ਖਾਣ ਵਾਸਤੇ ਪੈਸਾ ਨਹੀਂ, ਚੰਗੇ ਚੰਗੇ ਲੋਕਾਂ ਦੇ ਕੰਮ ਰੁਜ਼ਗਾਰ ਬੰਦ ਹੋ ਗਏ ਨੇ, ਉਦੋਂ ਇਹਨਾਂ ਨੇ ਫੈਸਲਾ ਕਰ ਲਿੱਤਾ ਕਿ ਖੋਲ ਦਿੱਤਾ। ਕੁਛ ਨਾ ਕੁਛ ਰੋਜ਼ਾਨਾ ਖੋਲੀ ਜਾਂਦੇ ਨੇ। ਇਹ ਸਾਰੀ ਚੀਜ਼ ਦੇ ਵਿੱਚ ਇੱਕ ਡੂੰਘੀ ਸੋਚ ਜਿਹੜੀ ਕਿ ਖੁਦ ਪਲੱਸ ਹੋਰ ਲੋਕਾਂ ਦੇ ਨਾਲ, ਜਿਨ੍ਹਾਂ ਨੂੰ ਕੋਈ ਰਾਏ ਦੇਣ ਜੋਗੇ ਲੋਕ ਸਨ, ਹਰ ਇੱਕ ਚੀਜ਼ ਦੇ ਵਿੱਚ ਐਕਸਪਰਟਸ, ਉਹਨਾਂ ਦੀ ਰਾਏ ਮਸ਼ਵਰਾ ਦੇ ਨਾਲ ਓਪੋਜੀਸ਼ਨ ਪਾਰਟੀਜ਼ ਨੂੰ ਪੁੱਛ ਕੇ ਉਹਨਾਂ ਨਾਲ ਗੱਲ ਕਰਦੇ, ਫਿਰ ਕੋਈ ਤਰੀਕੇ ਦੇ ਨਾਲ ਇਹ ਕਰਦੇ ਤੇ ਸ਼ਾਇਦ ਬਿਹਤਰ ਹੋ ਜਾਂਦਾ।
ਹੁਣ ਹਾਲਾਤ ਮੈਂ ਸਮਝਦਾ ਇੱਕ ਸਹੀ ਮਾਇਨੇ ਦੇ ਵਿੱਚ ਜਿਵੇਂ ਕਿ ਦਿੱਲੀ ਦੇ ਵਿੱਚ ਹੈ, ਅੱਜ ਉੱਥੋਂ ਦੇ ਇੱਕ ਮੰਤਰੀ ਨੇ ਖੁਦ ਹੀ ਮੰਨਿਆ ਕਿ 1 ਮਹੀਨੇ ਦੇ ਵਿੱਚ ਉੱਥੇ 5.5 ਲੱਖ ਹੋ ਜਾਣੇ ਨੇ ਦਿੱਲੀ ਦੇ ਵਿੱਚ। ਰੋਜ਼ਾਨਾ ਕਿੰਨੀਆਂ ਮੌਤਾਂ ਹੁੰਦੀਆਂ ਨੇ ਕਿਸੇ ਨੂੰ ਸਹੀ ਮਾਇਨੇ ਪਤਾ ਨਹੀਂ। ਅੱਜ ਉਹਨਾਂ ਦੇ ਜਿਹੜਾ ਰੋਜ਼ਾਨਾ ਆਪਣਾ ਨੰਬਰ ਦੱਸਦੇ ਨੇ, ਅੱਜ ਉਹ ਨੰਬਰ ਵੀ ਨਹੀਂ ਦੱਸਿਆ ਕਿ ਕੱਲ੍ਹ ਕੀ ਹੋਇਆ। ਇਸ ਤਰ੍ਹਾਂ ਦੀ ਹਾਲਾਤ ਜਦੋਂ ਬਣੀ ਹੈ, ਹਾਲੇ ਹਾਲਤ ਭਿਆਨਕ ਹੈ। ਮੈਂ ਕੋਈ ਇੱਕ ਪ੍ਰੋਫਿਟ ਆਫ ਡੂਮ ਨਹੀਂ ਬਣ ਰਿਹਾ, ਮੈਂ ਕੋਈ ਇੱਕ ਅਜਿਹੀ ਗੱਲ ਨਹੀਂ ਕਹਿ ਰਿਹਾ ਕਿ ਬਸ ਖਤਮ ਹੋ ਜਾਣੀ ਹੈ ਦੁਨੀਆ, ਪਰ ਸਾਨੂੰ ਜਿਸ ਢੰਗ ਦੇ ਨਾਲ ਸੋਚ ਕੇ ਇਸ ਤੇ ਕੰਮ ਕਰਨਾ ਚਾਹੀਦਾ ਸੀ ਉਹ ਇਸ ਤੇ ਨਹੀਂ ਹੋਇਆ। ਬਹੁਤ ਵੱਡੀ ਮਾਰ ਹਰ ਇੱਕ ਇਨਸਾਨ ਤੇ ਪਈ ਹੈ। ਉੱਪਰਲੇ ਹਿੰਦੁਸਤਾਨ ਦੇ 10, 50, 100 ਵੱਧ ਤੋਂ ਵੱਧ ਪਰਿਵਾਰਾਂ ਨੂੰ ਛੱਡ ਦਿਓ ਜਿਹੜੇ 1% ਟੌਪ ਦੇ 1% ਅੰਬ ਵੀ ਨਹੀਂ ਆਉਂਦੇ, 0.1% ਦੇ ਵਿੱਚ ਆਉਂਦੇ ਹੋਣਗੇ। ਬਾਕੀ ਹਰ ਇੱਕ ਇਸ ਤੇ ਪ੍ਰਭਾਵਿਤ ਹੋਇਆ ਹੈ। ਹਰ ਇੱਕ ਦੇ ਇੱਕ ਜੀਵਨ ਸ਼ੈਲੀ ਦੇ ਵਿੱਚ ਬਹੁਤ ਵੱਡਾ ਫਰਕ ਇਹਦੇ ਨਾਲ ਪਿਆ ਹੈ। ਬਿਲਕੁਲ ਠੀਕ। ਤੇ ਕੀ ਗੱਲ ਸਰਕਾਰ ਦੀ ਇਹ ਜਿਹੜੀ ਸੋਚ ਹੈਗੀ ਹੈ, ਜਦੋਂ ਨੋਟਬੰਦੀ ਹੋਈ ਸੀ ਕੁਝ ਘੰਟਿਆਂ ਦਾ ਸਮਾਂ, ਹੁਣ ਜਦੋਂ ਲੋਕਡਾਊਨ ਹੋਇਆ 4 ਘੰਟੇ, ਇਹ ਕਿਸ ਤਰ੍ਹਾਂ ਦੀ ਮਹਾਮਾਰੀ ਹੈ? ਜਾਂ ਸਰਕਾਰ ਦੇ ਕੋਲ ਕੋਈ ਉੱਚ ਕੋਟੀ ਦੇ, ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਕੋਈ ਦਿਮਾਗ ਹੁੰਦੇ ਨਹੀਂ ਜਿਹੜੇ ਉਹਨਾਂ ਨੂੰ ਸਲਾਹ ਦੇਣ ਮਸ਼ਵਰਾ ਵੀ 4 ਘੰਟਿਆਂ ਦੇ ਵਿੱਚ ਤੁਸੀਂ ਲੋਕਡਾਊਨ ਦਾ ਅਲਟੀਮੇਟਮ ਇਹ ਦੇ ਲਗੇ ਪੂਰੇ ਦੇਸ਼ ਨੂੰ? ਦੁਨੀਆ ਕਿੱਥੇ ਦੀ ਕਿੱਥੇ ਜਾ ਕੇ ਰਹਿ ਰਹੀ ਹੈ, ਕਿੱਥੇ ਕਿੱਥੇ ਘਰੋਂ ਨਿਕਲ ਕੇ ਕੰਮ ਲੋਕੀ ਕਰ ਰਹੇ ਨੇ। ਬਿਲਕੁਲ ਤੁਸੀਂ ਬਿਲਕੁਲ ਸਹੀ ਇਹ ਗੱਲ ਕਿਹਾ ਹੈ। ਸਹੀ ਮਾਇਨੇ ਦੇ ਵਿੱਚ ਹੁਣ ਤੱਕ 3 ਅਜਿਹੇ ਉਦਾਹਰਣ ਹੋ ਗਏ ਨੇ। ਸਾਡਾ ਪਹਿਲਾ ਵੱਡਾ ਉਦਾਹਰਣ 2016 ਨਵੰਬਰ ਦੇ ਵਿੱਚ ਹੋਇਆ, ਜਦੋਂ 4 ਘੰਟਿਆਂ ਦੇ ਬਾਅਦ ਹੀ ਕਹਿ ਦਿੱਤਾ ਕਿ 4 ਘੰਟਿਆਂ ਬਾਅਦ ਇਹ ਸਾਰੇ 1000 ਦਾ ਨੋਟ ਤੇ 500 ਦਾ ਨੋਟ ਬੰਦ। ਉਹ ਐਂ ਦਿਖਾ ਰਹੇ ਸਨ ਜੈਸੇ ਤਾਲੀ ਮਾਰ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਵੇਂ ਪਤਾ ਨਹੀਂ ਬਹੁਤ ਵੱਡੀ ਚੀਜ਼ ਕਰਨ ਲੱਗੇ ਨੇ। ਉਦੋਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਉਸ ਵਕਤ ਕਿਹਾ ਸੀ ਕਿ ਇਹਦਾ ਸਾਡੀ GDP ਤੇ ਕਮ ਸੇ ਕਮ 1.5% ਫਰਕ ਪੈ ਜਾਏਗਾ, ਅਤੇ ਉਹ ਗੱਲ ਉਹ ਸਹੀ ਨਿਕਲੇ। ਮਖੌਲ ਉਡਾਏ ਜਾਂਦੇ ਸਨ ਉਹਨਾਂ ਦੇ ਹਾਰਵਰਡ ਤੇ ਹਾਰਡ ਵਰਕ, ਇਸ ਤਰ੍ਹਾਂ ਦੀ ਗੱਲਾਂ ਕਰ ਕਰਕੇ ਲੋਕਾਂ ਦੇ ਮਖੌਲ ਉਡਾਏ ਜਾ ਰਹੇ ਸਨ। ਪਰ ਕਿਉਂਕਿ ਉਹ ਇੱਕ ਆਪਣੀ ਮਨਮਾਨੀ ਸੀ, ਇੱਕ ਫੈਸਲਾ ਹੋ ਗਿਆ ਸੀ, ਸੋਚ ਸਮਝ ਦੇ ਨਾਲ ਨਹੀਂ ਸੀ ਹੋਇਆ। ਅੱਜ ਤੱਕ ਵੀ ਨਹੀਂ ਹੋ ਰਿਹਾ ਕੋਈ ਸਮਝ ਦੇ ਨਾਲ। ਨੋਟ ਬੰਦ ਕਰਕੇ 2000 ਦਾ ਨੋਟ ਚਲਾਇਆ ਜਾ ਰਿਹਾ ਸੀ। ਜਿਹੜੇ ਮੰਤਰ ਦੱਸਦੇ ਰਹੇ ਅਸੀਂ ਇਹਦੇ ਨਾਲ ਬਲੈਕ ਮਨੀ ਖਤਮ ਕਰ ਦਿਆਂਗੇ, ਅਸੀਂ ਇਹਦੇ ਨਾਲ ਫੇਕ ਕਰੰਸੀ ਖਤਮ ਕਰ ਦਿਆਂਗੇ, ਕੋਈ ਚੀਜ਼ ਨਹੀਂ ਹੋਈ। ਉਸ ਤੋਂ ਬਾਅਦ GST ਵੇਲੇ ਵੀ ਇਹੀ ਹੋਇਆ। GST ਕਾਂਗਰਸ ਨੇ ਸ਼ੁਰੂ ਕੀਤਾ ਸੀ, ਤਿਆਰ ਕਰ ਰਹੇ ਸਨ, ਉਦੋਂ ਉਸਦਾ ਵਿਰੋਧ ਹੋ ਰਿਹਾ ਸੀ। ਜਦੋਂ ਮਨ ਦੇ ਵਿੱਚ ਆਇਆ ਇੱਕ ਫਾਲਟੀ ਅਤੇ ਹੇਸਟੀ, ਜਲਦਬਾਜ਼ੀ ਦੇ ਵਿੱਚ ਅਤੇ ਉਹਦੇ ਵਿੱਚ ਖਾਮੀਆਂ ਨੇ ਬਹੁਤ, ਉਹ ਕਾਨੂੰਨ ਚੱਕ ਕੇ ਬਣਾ ਕੇ ਇਸ ਤਰ੍ਹਾਂ ਦਿਖਾ ਦਿੱਤਾ ਰਾਤ ਨੂੰ 12 ਵਜੇ ਪਾਰਲੀਮੈਂਟ ਦਾ ਸੈਸ਼ਨ ਕਰਕੇ, ਜਿਵੇਂ ਕਿ ਦੂਜੀ ਆਜ਼ਾਦੀ ਹਿੰਦੁਸਤਾਨ ਦੀ ਹੋ ਰਹੀ ਹੈ। ਉਹਦਾ ਰਿਜ਼ਲਟ ਵੀ ਅੱਜ ਤੱਕ ਭੁਗਤ ਰਹੇ ਨੇ। ਹਾਲੇ ਉਹਦੀਆਂ ਜਿਹੜੀਆਂ ਪੇ ਬੈਕਸ ਹੋ ਰਹੀਆਂ ਨੇ, ਸਰਕਾਰਾਂ ਨੂੰ ਰਿਫੰਡ ਮਿਲਣੇ ਹੁੰਦੇ ਨੇ ਪ੍ਰਾਂਤ ਸੂਬਿਆਈ ਸਰਕਾਰਾਂ ਨੂੰ, ਉਹ ਨਹੀਂ ਹੋ ਰਿਹਾ। ਤੀਜਾ ਉਸ ਤੋਂ ਬਾਅਦ ਇਹ ਆਇਆ। ਇਹ ਤਿੰਨੋਂ ਫੈਸਲੇ ਮਨਮਾਨੇ ਫੈਸਲੇ ਨੇ, ਇੱਕ ਫੈਸਲੇ ਹੋਏ ਨੇ, ਕਿਸੇ ਦੇ ਨਾਲ ਸੋਚ ਸਮਝ ਕੇ ਨਹੀਂ ਹੋਏ। ਅਤੇ ਮੈਂ ਸਮਝਦਾ ਹਾਂ ਕਿ ਜਿੰਨੀ ਦੇਰ ਤੱਕ ਸਹੀ ਮਾਇਨੇ ਦੇ ਵਿੱਚ ਕੋਈ ਡਾਕਟਰ ਨੂੰ ਮਰਜ਼ ਦਾ ਨਹੀਂ ਪਤਾ ਲੱਗੇਗਾ, ਉਹਦਾ ਇਲਾਜ ਕਿਵੇਂ ਕਰੇਗਾ ਉਹ? ਇੱਥੇ ਸਾਡੇ ਨਾਲ ਅੱਜ ਇਹ ਹੋਇਆ ਪਿਆ ਹਿੰਦੁਸਤਾਨ ਦੇ ਵਿੱਚ। ਅੱਜ ਸਰਕਾਰ ਨੂੰ ਹਿੰਦੁਸਤਾਨ ਦੇ ਮਰਜ਼ ਕੀ ਹੈ, ਸਾਡੀ ਇਸ ਵਕਤ ਕਿਹੜੀ ਗੱਲੋਂ ਅਸੀਂ ਸਫਰ ਕਰ ਰਹੇ ਹਾਂ, ਅਗਰ ਉਸਦੀ ਨਬਜ਼ ਤੇ ਠੀਕ ਹੱਥ ਨਹੀਂ ਰੱਖਿਆ ਜਾਏਗਾ, ਰਿਜ਼ਲਟ ਇਹੀ ਹੋਏਗਾ ਕਿ ਖੁਦ ਤਾਂ ਖੁਸ਼ਫਹਿਮੀ ਦੇ ਵਿੱਚ, ਬਹੁਤ ਇੱਕ ਸੰਤੋਸ਼ ਦੇ ਵਿੱਚ ਰਹਿਣ ਕੇ ਅਸੀਂ ਬਹੁਤ ਵੱਡੇ ਵੱਡੇ ਕਦਮ ਚੱਕ ਰਹੇ ਹਾਂ, ਪਰ ਉਹ ਹੋ ਕੁਝ ਨਹੀਂ ਹੋਇਆ। ਉਹਦਾ ਉਦਾਹਰਨ ਸਾਡੇ ਸਾਹਮਣੇ ਹੈ। ਸਟਿਮੂਲਸ ਪੈਕੇਜ 20 ਲੱਖ 90,000। ਮੈਂ 1 ਮਿੰਟ ਤੁਹਾਨੂੰ ਰੋਕਾਂਗਾ, ਤੁਹਾਡੇ ਉਹਦੇ ਤੇ ਵੀ ਆਉਣਾ ਵਾ, ਮਗਰ ਉਹਦੇ ਤੋਂ ਪਹਿਲੇ ਮੈਂ ਲੋਕਡਾਊਨ ਦੇ ਉੱਤੇ ਥੋੜਾ ਜਿਹਾ ਹੋਰ, ਫਿਰ ਤੁਹਾਨੂੰ ਉਹਦੇ ਤੇ ਵੀ ਕੁਐਸਚਨ ਲੈਣਾ ਸੀ। ਜਿਹੜੇ ਮਜ਼ਦੂਰ ਦੂਸਰੇ ਦਿਨ ਤੋਂ ਉਹਨਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਜਿਹੜਾ ਇਹ ਵਾਲਾ ਲੰਬਾ ਜਾਏਗਾ, ਇਹਨਾਂ ਨੂੰ ਪਹਿਲੇ 40 ਦਿਨਾਂ ਤੱਕ ਮਜ਼ਦੂਰ ਨਜ਼ਰ ਹੀ ਨਹੀਂ ਆਏ। ਨਾ ਇਹਨਾਂ ਨੂੰ TV ਰਾਹੀਂ ਨਜ਼ਰ ਆਏ, ਨਾ ਮੀਡੀਆ ਰਾਹੀਂ ਨਜ਼ਰ ਆਏ, ਨਾ ਲੋਕਾਂ ਦੇ WhatsApp ਰਾਹੀਂ ਨਜ਼ਰ ਆਏ। ਕਿ ਪ੍ਰਧਾਨ ਮੰਤਰੀ ਲੋਕਡਾਊਨ ਦੇ ਵਿੱਚ ਆਪ ਅੰਦਰ ਚਲੇ ਗਏ? ਇਹ ਤਾਂ ਸਾਡੇ ਵਾਲੀ ਗੱਲ ਤੁਸੀਂ ਕਹਿ ਦਿੱਤੀ ਹੈ। ਅਸੀਂ ਇਹੀ ਸਾਰੇ ਕਹਿੰਦੇ ਰਹੇ ਹਾਂ। ਨਹੀਂ, ਅਸੀਂ ਬਾਹਰ ਬੈਠੇ ਆ ਨਾ, ਅਸੀਂ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ। ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ, ਵੀਡੀਓ ਸਾਰੇ ਜਗ੍ਹਾ ਭਰੀਆਂ ਪਈਆਂ ਨੇ। ਬੱਚੇ, ਛੋਟੇ ਛੋਟੇ ਬੱਚੇ, ਇੱਥੋਂ ਤੱਕ ਇੱਕ ਗਰੀਬ ਆਦਮੀ ਰੋਟੀ ਨਹੀਂ ਮਿਲ ਰਹੀ, ਉਹ ਮਿੱਟੀ ਖਾ ਰਿਹਾ ਮੌਕੇ ਦੇ ਪੇਟ ਦੇ ਵਿੱਚੋਂ, ਜਦੋਂ ਉੱਠ ਰਹੀ ਹੈ ਮਿੱਟੀ ਖਾ ਰਿਹਾ ਹੈ। ਇਹ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ, ਪਰ ਇੱਥੋਂ ਤੱਕ ਦੇ ਹਨ। ਕਿੰਨੇ ਲੋਕ ਰਾਸਤਿਆਂ 'ਚ ਮਾਰੇ ਗਏ, ਉਹਨਾਂ ਦਾ ਜੀਵਨ ਦਾ ਸਫ਼ਰ ਹੀ ਰੇਲਵੇ ਲਾਈਨਾਂ ਤੇ ਖਤਮ ਹੋ ਗਿਆ, ਟ੍ਰੇਨਾਂ ਦੇ ਨੀਚੇ ਕੁਚਲ ਕੇ ਸੜਕਾਂ ਤੇ ਮਰ ਗਏ ਨੇ। ਮਾਵਾਂ ਬੱਚੇ ਜਨਮ ਦੇ ਰਹੀਆਂ ਨੇ ਸੜਕਾਂ ਤੇ, ਗੱਡੀਆਂ ਦੇ ਵਿੱਚ ਲੋਕ ਮਰ ਰਹੇ ਨੇ। ਇਹ ਸਾਰੀ ਚੀਜ਼ ਦਾ ਧਿਆਨ ਨਹੀਂ ਦਿੱਤਾ ਗਿਆ। ਜੇ ਲੋਕਡਾਊਨ ਲਗਾਉਣਾ ਸੀ,
कि 20 दिन पहला अगर प्लान बना के लाते ਉਹਦੇ ਵਿੱਚ ਸਾਰੇ ਚੀਜ਼ ਦਾ ਹਿਸਾਬ ਠੀਕ ਲਗਾਇਆ ਜਾ ਸਕਦਾ ਸੀ। ਇਹ ਸਾਰੇ ਇੱਕ ਪੁਖਤਾ ਅੱਛੇ ਇੰਤਜ਼ਾਮ ਕੀਤੇ ਜਾ ਸਕਦੇ ਸਨ ਜਿਹਦੇ ਨਾਲ ਲੋਕਾਂ ਨੂੰ ਭੇਜਿਆ ਜਾਵੇ। ਅੱਜ ਸੁਪਰੀਮ ਕੋਰਟ ਇਸ ਦੇ ਹਦਾਇਤਾਂ ਦੇ ਰਿਹਾ ਹੈ। ਕੀ ਜ਼ਰੂਰਤ ਪੈਣੀ ਚਾਹੀਦੀ ਸੀ ਅਗਰ ਪਹਿਲੇ ਦਿਨ ਤੇ ਇਹਦਾ ਯੋਜਨਾ ਠੀਕ ਬਣਾਈ ਹੁੰਦੀ, ਪਲਾਨ ਕਰਕੇ ਲਗਾਇਆ ਹੁੰਦਾ, ਉਹ ਨਹੀਂ ਹੋਇਆ ਅਤੇ ਨਤੀਜਾ ਇਹ ਹੋਇਆ। ਹੁਣ ਇਸ ਗੱਲ ਦੇ ਵਿੱਚ ਹੀ ਲੱਗੇ ਨੇ ਅਸੀਂ ਇੰਨੇ ਲੋਕਾਂ ਨੂੰ ਭੇਜ ਦਿੱਤਾ ਬਾਹਰ ਜਿਹੜੇ ਜਾਣਾ ਚਾਹੁੰਦੇ ਸਨ। ਉਹ ਅੱਜ ਦੀ ਤੇ ਗੱਲ ਨਹੀਂ ਹੈ। ਹੁਣ ਤਾਂ ਉਹ ਲੋਕ ਵਿਚਾਰੇ ਉੱਥੇ ਵੀ ਦੁਖੀ ਨੇ ਅਤੇ ਇਹ ਸਿਰਫ ਸੰਤੁਸ਼ਟੀ ਇਸੀ ਚੀਜ਼ ਦੇ ਵਿੱਚ ਮਹਿਸੂਸ ਕਰਦੇ ਨੇ ਕਿ ਅਸੀਂ ਉਹਨਾਂ ਲੋਕਾਂ ਨੂੰ ਇੱਕ 3 ਮਹੀਨਿਆਂ ਵਾਸਤੇ, ਕੁਝ ਕੇਸਿਸ ਦੇ ਵਿੱਚ 2 ਮਹੀਨਿਆਂ ਵਾਸਤੇ 5-5 ਕਿਲੋ ਪ੍ਰਤੀ ਮਾਹ ਉਹਨਾਂ ਨੂੰ ਅਸੀਂ ਜ਼ਿਆਦਾ ਅੰਨ ਦੇ ਦਿੱਤਾ। ਉਹ ਕਾਫੀ ਨਹੀਂ, ਇਕੱਲੇ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਹਰ ਇੱਕ ਚੀਜ਼ ਦੇ ਵਾਸਤੇ ਉਹਨਾਂ ਨੂੰ ਲੋੜ ਹੈ। ਜਿੰਨੀ ਦੇਰ ਤੱਕ ਅਗਰ ਅਸੀਂ ਅਰਥ ਵਿਵਸਥਾ ਨੂੰ ਮੁੜ ਕੇ ਉਠਾਉਣਾ ਸੀ, ਜਿੰਨੀ ਦੇਰ ਤੱਕ ਇੱਕ ਕੈਸ਼ ਹਰੇਕ ਨੂੰ ਟ੍ਰਾਂਸਫਰ ਨਾ ਕੀਤਾ ਜਾਂਦਾ, ਜਿਹੜੇ ਕਮ ਸੇ ਕਮ ਅਸੀਂ ਵੈਸੇ ਤਾਂ ਜ਼ਿਆਦਾ ਨੰਬਰ ਕਹਿੰਦੇ ਹਾਂ ਕਿਉਂਕਿ ਜ਼ਿਆਦਾ ਨੂੰ ਲੋੜ ਹੈ, 80% ਲੋਕਾਂ ਨੂੰ ਲੋੜ ਸੀ, ਪਰ ਕਮ ਸੇ ਕਮ ਨਿਚਲੇ 50% ਲੋਕਾਂ ਦੇ ਵਾਸਤੇ ਤਾਂ ਸਿੱਧਾ ਇੱਕੋ ਦਮ ਇਹਨਾਂ ਨੂੰ ਨਾਲ ਦੀ ਨਾਲ ਅਗਰ ਉਹਨਾਂ ਦੇ ਅਕਾਊਂਟ ਦੇ ਵਿੱਚ 7,500 5,000 ਇੰਨਾ ਵੀ ਜਮ੍ਹਾਂ ਕਰਵਾ ਦਿੰਦੇ। ਉਹਦੇ ਬਾਅਦ ਦੇ ਵਿੱਚ ਕਿਉਂਕਿ ਕੰਮ ਵੱਧਦਾ ਗਿਆ, ਹੁਣ ਤਾਂ ਅਸੀਂ ਕਹਿ ਰਹੇ ਹਾਂ ਕਿ 10,000 ਤੋਂ ਘੱਟ ਨਹੀਂ ਸੀ ਹੋ ਸਕਦਾ। ਉਹਨੇ ਪੈਸਾ ਜਮ੍ਹਾਂ ਕਰਾਉਣ ਦੇ ਨਾਲ ਵੀ ਮੈਂ ਫਿਰ ਉਹ ਸਟਿਮੂਲਸ ਤੇ ਆ ਗਿਆ ਹਾਂ। ਸਿਰਫ 1.5-2 ਲੱਖ ਕਰੋੜ ਰੁਪਏ ਦੀ ਜ਼ਰੂਰਤ ਪੈਣੀ ਸੀ ਇਹਨਾਂ ਨੇ ਦਿਖਾਵੇ ਦੇ ਵਾਸਤੇ। ਸਵਾਲ ਦਾ ਸ਼ਾਇਦ ਤੁਹਾਡੇ ਸਵਾਲ ਤੋਂ ਬਿਨਾਂ ਹੀ ਮੈਂ ਜਵਾਬ ਫਿਰ ਦੇਣ ਲੱਗਿਆ ਹਾਂ ਕਿ ਉਹ ਜਿਹੜਾ 20,90,000 ਕਰੋੜ ਦਾ ਦਿਖਾ ਦਿੱਤਾ, ਉਹ ਸਹੀ ਮਾਇਨੇ ਦੇ ਵਿੱਚ 1,00,000 ਕਰੋੜ ਦਾ ਹੀ ਬਣਦਾ ਹੈ, ਜਿਹਨੂੰ ਕਿ ਫਿਜ਼ੀਕਲ ਸਪੋਰਟ ਕਹਿੰਦੇ ਹਾਂ। ਜਿਵੇਂ ਕਿ ਜੋ ਸਰਕਾਰ ਪੈਸਾ ਦੇਵੇਗੀ, ਜਿਵੇਂ ਕਿ ਮਨਰੇਗਾ ਦੇ ਵਿੱਚ ਪਿੰਡਾਂ ਦੇ ਵਿੱਚ ਅਗਰ ਕੋਈ ਵੀ ਮਜ਼ਦੂਰ, ਕੋਈ ਵੀ ਬੇਰੁਜ਼ਗਾਰ ਜਾ ਕੇ ਡੀਸੀ ਨੂੰ ਕਹੇਗਾ ਕਿ ਮੈਨੂੰ ਕੰਮ ਚਾਹੀਦਾ ਹੈ, ਉਹਨੂੰ ਮਹਾਤਮਾ ਗਾਂਧੀ ਰੂਰਲ ਐਮਪਲੋਇਮੈਂਟ ਗਰੰਟੀ ਪ੍ਰੋਗਰਾਮ ਦੇ ਤਹਿਤ ਉਹਨੂੰ ਰੁਜ਼ਗਾਰ ਮਿਲੇਗਾ। ਅਲੱਗ-ਅਲੱਗ ਰੇਟਸ ਫਿਕਸ ਨੇ ਉਹਦੇ ਤਹਿਤ, ਉਹਦੇ ਵਿੱਚ 40,000 ਕਰੋੜ ਰੁਪਈਆ ਹੋਰ ਤੈਅ ਕੀਤਾ ਹੈ। ਇਹ ਫਿਜ਼ੀਕਲ ਇੱਕ ਹੈ ਸਟਿਮੂਲਸ ਦਾ ਪਾਰਟ ਕਿ ਉੱਥੇ ਲੋਕਾਂ ਨੂੰ ਉਹਨਾਂ ਪੈਸਾ ਮਿਲ ਜਾਏਗਾ। ਜ਼ਰੂਰਤ ਇੱਥੇ ਕੀ ਸੀ ਅਗਰ ਸੋਚਿਆ ਹੁੰਦਾ ਕਿ ਅੱਜ ਹੁਣ ਇਸ ਵਕਤ ਸਾਡੇ ਧਾਨ ਬੀਜਣ ਦਾ, ਇਹ ਜਿਹੜੀ ਜ਼ੀਰੀ ਬੀਜਣ, ਹੁਣ ਉਹਦਾ ਸਮਾਂ ਆਇਆ ਹੈ। ਅੱਜ ਕੱਲ੍ਹ ਉਹ ਟ੍ਰਾਂਸਪਲਾਂਟੇਸ਼ਨ ਹੋਣੀ ਹੈ, ਉਹਦੇ ਵਾਸਤੇ ਪ੍ਰਾਈਵੇਟ ਖੇਤਾਂ ਦੇ ਵਿੱਚ ਵੀ ਉਹਨਾਂ ਨੂੰ ਕੰਮ ਕਰਨ ਦੇ ਵਾਸਤੇ ਇਸ ਨੂੰ ਮਨਰੇਗਾ ਦੇ ਤਹਿਤ ਕਰਨ ਦਿੰਦੇ ਤਾਂ ਕਿ ਸਾਰੇ ਲੋਕਾਂ ਨੂੰ ਉਹਦੇ ਵਿੱਚ ਕੰਮ ਮਿਲ ਜਾਂਦਾ। ਉਹ ਲੋਕ ਕੰਮ ਕਰਦੇ, ਉੱਥੇ ਕੰਮ ਆਸਾਨ ਹੁੰਦਾ। ਨਾਲੇ ਸਾਡੀ ਜਿਹੜੀ ਸਾਡਾ ਕ੍ਰਿਸ਼ੀ ਖੇਤਰ ਹੈ, ਸਾਡੀ ਖੇਤੀਬਾੜੀ ਹੈ, ਉਹਦੇ ਵਿੱਚ ਬੜੋਤਰੀ ਹੁੰਦੀ ਹੈ। ਇਹਦੇ ਨਾਲ ਜਲਦੀ ਕੰਮ ਚੰਗਾ ਹੋ ਕੇ ਇਹ ਸਾਰੀ ਪੈੜੀ ਦੀ ਟ੍ਰਾਂਸਪਲਾਂਟੇਸ਼ਨ ਹੋ ਕੇ ਕੰਮ ਸੁਖਾਲਾ ਹੋ ਜਾਂਦਾ, ਜਿਹੜਾ ਕਿ ਅੱਜ ਤੋਂ ਸ਼ੁਰੂ ਹੋ ਜਾਂਦਾ। ਇਹ ਇਹਨਾਂ ਨੇ ਸੋਚ ਦੇ ਨਾਲ ਇਹ ਗੱਲਾਂ ਤੇ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੋਇਆ ਜਿਹੜੇ ਕਹੀ ਜਾ ਰਹੇ ਨੇ ਕਿ ਅਸੀਂ 5 ਲੱਖ ਕਰੋੜ ਰੁਪਈਆ ਬੈਂਕਾਂ ਨੂੰ ਕਰਤਾ, 5,24,000 ਕਰੋੜ ਰੁਪਈਆ। ਉਹ ਬੈਂਕਾਂ ਦੇ ਕੋਲ ਲੋਕ ਲੈਣ ਵਾਲੇ ਹੀ ਨਹੀਂ ਹਨ। ਜਦੋਂ ਕੰਮ ਹੀ ਖਤਮ ਹੋ ਗਏ, ਕੈਪੈਸਿਟੀ ਯੂਟੀਲਾਈਜੇਸ਼ਨ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਹਾਲਾਤ ਇੰਨੀ ਜ਼ਿਆਦਾ ਭਿਆਨਕ ਹੋ ਗਈ ਹੈ ਕਿ ਮੈਂ ਵੈਸੇ ਕੋਈ ਇਕੋਨੋਮਿਸਟ ਨਹੀਂ ਹਾਂ, ਪਰ ਅੰਦਾਜ਼ਾ ਇਹ ਲਗਾਉਣਾ ਮੈਂ ਵੇਖ ਕੇ ਕਿ ਇਹ 2-2.5 ਮਹੀਨਿਆਂ ਦਾ ਅਸਰ ਵੀ ਪੂਰੇ ਇੱਕ ਸਾਲ ਤੇ ਐਡਾ ਵੱਡਾ ਪਏਗਾ ਕਿ ਕਮ ਸੇ ਕਮ 5%। ਮੈਂ ਫਿਰ ਇਹ ਕਹਿ ਰਿਹਾ ਹਾਂ ਕਿ ਮੇਰਾ ਇੱਕ ਬਿਲਕੁਲ ਲੇਮੈਨ ਵਾਲੀ ਗੱਲ ਹੈ ਕਿ 5% ਦਾ ਇਹਦੇ ਹਿਸਾਬ ਨਾਲ ਸਾਡੀ ਇਕੋਨੋਮੀ ਤੇ ਬਹੁਤ ਵੱਡਾ ਇੱਕ ਫਰਕ ਪਏਗਾ, ਨੈਗੇਟਿਵ ਹੋ ਜਾਏਗੀ, ਸਲਾਈਡ ਕਰੇਗੀ। ਬਿਲਕੁਲ ਠੀਕ। ਇੱਕ ਮੈਂ ਤੁਹਾਨੂੰ ਅਗਰ ਸਿਨਾਰੀਓ ਦੇਵਾਂ, ਜਦੋਂ 40 ਦਿਨ ਤੱਕ ਮਜ਼ਦੂਰ ਤੁਰਦੇ ਰਹੇ, ਅਗਰ ਉਸ ਟਾਈਮ ਦੇ ਉੱਤੇ ਲੈਟ ਸਪੋਜ਼ ਕਿ ਤੁਸੀਂ ਰੇਲਵੇ ਮੰਤਰੀ ਰਹਿ ਚੁੱਕੇ ਹੋ, ਤੁਸੀਂ ਰੇਲਵੇ ਮੰਤਰੀ ਹੋਵੋ, ਕੀ ਆਪਸ਼ਨ ਹੋਏਗੀ? ਉਦੋਂ ਕੀ ਚਾਹੀਦਾ ਸੀ ਜਦੋਂ ਕਿ ਸਾਰਾ ਇਹਨਾਂ ਨੇ ਲੋਕਡਾਊਨ ਲਗਾ ਕੇ ਸਾਰੀਆਂ ਗੱਡੀਆਂ ਬੰਦ ਕਰ ਦਿੱਤੀਆਂ ਸਨ। ਹਿੰਦੁਸਤਾਨ ਦੇ ਵਿੱਚ ਰੋਜ਼ਾਨਾ ਰੇਲਵੇਜ਼ ਇੱਕ ਬਹੁਤ ਵੱਡਾ ਡਿਪਾਰਟਮੈਂਟ ਹੈ। 2 ਕਰੋੜ ਤੋਂ ਉੱਪਰ ਰੋਜ਼ਾਨਾ ਰੂਟੀਨ ਦੇ ਵਿੱਚ 2 ਕਰੋੜ ਤੋਂ ਜ਼ਿਆਦਾ ਲੋਕ ਰੋਜ਼ਾਨਾ ਰੇਲਵੇ ਰਾਹੀਂ ਸਫ਼ਰ ਕਰਦੇ ਨੇ। ਅਗਰ ਉਸ ਵਕਤ ਜਦੋਂ ਸਾਰਾ ਕਰੋਨਾ ਕਰਕੇ ਬੰਦ ਕਰ ਦਿੱਤਾ ਸੀ, ਜਿਹੜੀਆਂ ਕਿ ਸ਼੍ਰਮਿਕ ਟ੍ਰੇਨਸ ਦਾ ਹੁਣ ਜ਼ਿਕਰ ਕਰ ਰਹੇ ਨੇ, ਹੁਣ ਕਹਿੰਦੇ ਨੇ ਇਹ ਅਗਰ ਉਸੇ ਵਕਤ ਇਹ ਲਗਾਈ ਰੱਖਦੇ ਕਿੰਨਾ ਆਸਾਨ ਕੰਮ ਹੋ ਜਾਂਦਾ। ਓਕੇ, ਆਮ ਆਦਮੀ ਦਾ ਸਫ਼ਰ ਬੰਦ ਹੁੰਦਾ। ਕਹਿੰਦੇ ਜਿਹੜੇ ਲੋਕ ਕਿਸੇ ਜਗ੍ਹਾ ਤੇ ਆਏ ਫਸੇ ਬੈਠੇ ਨੇ, ਆਪਣੇ ਆਪ ਨੂੰ ਫਸੇ ਸਮਝਦੇ ਨੇ, ਫਸੇ ਹੋਣੇ ਨਹੀਂ ਸੀ ਚਾਹੀਦੇ, ਉਹ ਉਹਨਾਂ ਨੂੰ ਜਾਣ ਵਾਸਤੇ ਉਸੇ ਦਿਨ ਤੋਂ ਕਰਦੇ। ਇੱਕ ਬਿਲਕੁਲ ਯੋਜਨਾਬੱਧ ਤਰੀਕੇ ਦੇ ਨਾਲ ਉਹ ਸਾਰੇ ਲੋਕਾਂ ਨੂੰ ਉੱਥੇ ਆਪਣੀ ਆਪਣੀ ਜਗ੍ਹਾ ਤੇ ਭੇਜਿਆ ਜਾ ਸਕਦਾ ਸੀ। ਰਾਸਤੇ ਦੇ ਵਿੱਚ ਖਾਣੇ ਦਾ ਇੰਤਜ਼ਾਮ ਕੀਤਾ ਜਾ ਸਕਦਾ ਸੀ। ਹੁਣ ਕੀ ਹੋਇਆ, ਟ੍ਰੇਨ ਜਲਦਬਾਜ਼ੀ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਚਲਾਈਆਂ, ਇੱਕ ਗੱਡੀ ਜਾਣੀ ਇੱਕ ਜਗ੍ਹਾ ਹੈ, ਉਹ 5 ਹੋਰ ਸੂਬਿਆਂ ਦੇ ਵਿੱਚੋਂ ਹੁੰਦੀ ਪਹੁੰਚ ਕਿਤੇ ਹੋਰ ਗਈ ਹੈ, ਉਸ ਤੋਂ ਬਾਅਦ ਉੱਥੇ ਜਾ ਰਹੀ ਹੈ। 30-30 ਘੰਟੇ ਉਹਨਾਂ ਦਾ ਸਫ਼ਰ ਜਿਹੜਾ ਕਿ
ਉਹਨਾਂ ਦਾ ਸਫ਼ਰ ਘੱਟ ਹੋਣਾ ਸੀ, 30 ਘੰਟੇ ਜ਼ਿਆਦਾ ਦਾ ਸਫ਼ਰ ਕਰਨਾ ਪੈ ਰਿਹਾ ਉਹਨਾਂ ਨੂੰ ਗੱਡੀਆਂ ਦੇ ਵਿੱਚ। ਉਹ ਟ੍ਰੇਨ ਦੇ ਵਿੱਚ ਵੀ ਇਹ ਪਰੇਸ਼ਾਨੀ ਹੋਈ ਹੈ। ਇਹ ਕਿਸ ਕਾਰਨ ਹੋਈ ਹੈ, ਸਰਕਾਰ ਤੋਂ ਪੁੱਛਣ ਦਾ ਸਵਾਲ ਹੈ, ਸਾਡੇ ਲਈ ਵੱਡਾ ਸਵਾਲ ਹੈ। ਮਾਫ ਕਰਨਾ ਵੀ ਮੈਂ ਇਹ ਨਹੀਂ ਸਮਝ ਪਾਇਆ, ਇਹਦੇ 'ਚ ਕੁਛ ਜਲਦਬਾਜ਼ੀ ਨਹੀਂ ਹੈ। 50 ਦਿਨਾਂ ਬਾਅਦ ਟ੍ਰੇਨ ਚਲਾਣੀ, ਇਹ ਕਿਸੇ ਵੀ ਤਰੀਕੇ ਨਾਲ ਜਲਦਬਾਜ਼ੀ ਨਹੀਂ। ਇਹ ਜਲਦਬਾਜ਼ੀ ਇਸ ਤਰ੍ਹਾਂ ਕਹਿ ਰਿਹਾ ਕਿ ਜਦੋਂ ਕੀਤਾ ਉਦੋਂ ਐਂ ਕਰ ਦਿੱਤਾ। ਇਹ ਟ੍ਰੇਨ ਪਹਿਲੇ ਦਿਨ ਤੋਂ ਚੱਲਣੀਆਂ ਚਾਹੀਦੀਆਂ ਸਨ। ਮੈਂ ਇਹੀ ਚੀਜ਼ ਤੇ ਜ਼ੋਰ ਪਾ ਰਿਹਾ ਆਪਣੀ ਸਾਰੀ ਗੱਲ ਦੇ ਵਿੱਚ ਕਿ ਜਦੋਂ ਇਹ ਅਗਰ 1 ਮਾਰਚ ਨੂੰ ਇਹ ਫੈਸਲਾ ਕਰ ਲੈਂਦੇ, ਇੱਕ ਆਪਣਾ ਰੋਡ ਮੈਪ ਤਿਆਰ ਕਰ ਲੈਂਦੇ ਕਿ ਅਸੀਂ 25 ਮਾਰਚ ਤੋਂ ਕੁਝ ਪਹਿਲਾਂ ਲਾਉਣਾ ਚਾਹੀਦਾ ਸੀ, 15 ਮਾਰਚ ਤੋਂ ਲਗਾਉਂਦੇ। ਅਸੀਂ ਇਹ ਤੇ ਲੋਕਡਾਊਨ ਲਗਾ ਕੇ ਇਸ ਢੰਗ ਦੇ ਨਾਲ ਜਿਹੜੇ ਲੋਕ ਜਾਣਾ ਚਾਹਣਗੇ ਉਹਨਾਂ ਨੂੰ ਭੇਜਾਂਗੇ। ਉਹਨਾਂ ਦੇ ਵਾਸਤੇ ਇੰਤਜ਼ਾਮ ਟ੍ਰੇਨ ਦਾ ਉਦੋਂ ਹੀ ਕਰਦੇ। ਮੈਂ ਜਲਦਬਾਜ਼ੀ ਇਸ ਲਈ ਸ਼ਬਦ ਇਸਤੇਮਾਲ ਕੀਤਾ, ਜਦੋਂ ਤੁਸੀਂ ਜਿਹੜਾ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਪਹਿਲਾਂ ਤਾਂ ਇਹਨਾਂ ਨੇ ਬਹੁਤ ਦੇਰ ਲੋਕਡਾਊਨ ਜਿਹੜਾ ਉਹ ਕੀਤਾ, ਜਲਦੀ ਲਗਾ ਦਿੱਤਾ, ਜਿਵੇਂ ਤੁਸੀਂ ਉਦੋਂ ਕਿਹਾ, ਬਾਅਦ ਦੇ ਵਿੱਚ ਹਟਾ ਦਿੱਤਾ। ਇਹ ਦੋਨਾਂ ਗੱਲਾਂ ਦੇ ਵਿੱਚ ਕੀ ਹੋਇਆ? ਕਰੋਨਾ ਬਿਮਾਰੀ ਦਾ ਫਲੈਟ ਪੱਧਰ ਤੇ ਨਹੀਂ ਪਹੁੰਚਿਆ ਉਹਦਾ ਗ੍ਰਾਫ, ਸਾਡੀ ਇਕਨੋਮੀ ਦਾ ਗ੍ਰਾਫ ਨੀਚੇ ਗਿਰ ਗਿਆ। ਇਹਦਾ ਰਿਜ਼ਲਟ ਇਹ ਹੋਇਆ ਹੈ। ਅਗਰ ਇਹ ਉਸ ਵਕਤ ਤੇ ਬੇਸ਼ੱਕ ਲੋਕਾਂ ਨੂੰ ਵਾਪਸ ਲੈ ਕੇ ਜਾਣ ਵਾਲੀ ਗੱਲ ਹੁੰਦੀ, ਬੇਸ਼ੱਕ ਉਹਨਾਂ ਨੂੰ ਕੰਮ ਮੁਹੱਈਆ ਕਰਵਾਉਣੇ ਹੁੰਦੇ, ਜਿਵੇਂ ਕਿ ਮਨਰੇਗਾ ਦੇ ਤਹਿਤ ਸੀ, ਇਹ ਪਹਿਲੇ ਦਿਨ ਤੋਂ ਹੋ ਜਾਣੇ ਚਾਹੀਦੇ ਸਨ, ਉਹ ਨਹੀਂ ਹੋਏ। ਮੈਂ ਉਸ ਕੇਸ ਕਿਹਾ ਕਿ ਜਦੋਂ ਗੱਡੀਆਂ ਚਲਾਈਆਂ ਉਦੋਂ ਇੱਕੋ ਦਮ ਚਲਾ ਦਿੱਤੀਆਂ। ਉਦੋਂ ਵੀ ਤਾਂ ਚਲਾਈਆਂ ਜਦੋਂ ਅਸੀਂ ਕਿਹਾ। ਪਹਿਲਾਂ ਇਹਨਾਂ ਨੇ ਕਿਹਾ ਕਿ ਬੱਸਾਂ ਤੇ ਜਾਣਗੇ, ਟ੍ਰੇਨਾਂ ਨਹੀਂ ਚੱਲਣਗੀਆਂ। ਇੱਕ ਬੱਸ ਦੇ ਵਿੱਚ ਕਿੰਨੇ ਜਾਂਦੇ ਨੇ? 60 ਆਦਮੀ, 65 ਜਾਂ 50। ਜਦੋਂ ਸੋਸ਼ਲ ਡਿਸਟੈਂਸਿੰਗ ਹੁੰਦੇ ਨੇ 20-25 ਹੀ ਰਹਿ ਜਾਣਗੇ। ਟ੍ਰੇਨ ਦੇ ਵਿੱਚ ਲੈ ਜਾਂਦਾ ਨੇ 1.5 ਹਜ਼ਾਰ। ਤੇ ਟ੍ਰੇਨ ਚਲਾਉਣੀਆਂ ਹੀ ਵਾਜਬ ਬਣਦੀਆਂ ਸਨ। ਉਹਦੀ ਯੋਜਨਾ ਦੇ ਨਾਲ ਟ੍ਰੇਨ ਚਲਾਉਂਦੇ ਸ਼ੁਰੂ ਦੇ ਵਿੱਚ, ਜਿਹੜੀਆਂ ਨੇ ਕਿ ਨਹੀਂ ਚਲਾਈਆਂ ਇਹਨਾਂ ਨੇ। ਅੱਛਾ, ਜਿਹੜਾ ਹੁਣ ਮਜ਼ਦੂਰ ਤਕਰੀਬਨ 400 ਤੋਂ 500 ਮਜ਼ਦੂਰ ਇਹ ਤੁਰਨ ਤੋਂ ਲੈ ਕੇ, ਪਲਾਇਨ ਤੋਂ ਲੈ ਕੇ ਰੇਲ ਗੱਡੀਆਂ ਦੇ ਹੁਣ ਦੇ ਸਫ਼ਰ ਤੱਕ ਜਿਹੜਾ ਮਰ ਚੁੱਕਾ, ਉਹਦੀ ਜ਼ਿੰਮੇਵਾਰੀ ਕਿਹਦੇ ਤੇ ਫਿਕਸ ਹੁੰਦੀ ਹੈ? ਕਿ ਜਾਂ ਉਹ ਦੇਸ਼ ਦੇ ਹਾਈ ਨਹੀਂ ਸਨ ਤੇ ਬਸ ਨਿਕਲ ਗਏ ਏਦਾਂ ਹੀ ਦੁਨੀਆ ਤੋਂ? ਮੈਂ ਇਹ ਹੁਣ ਇਹਦੇ 'ਚ ਕੁਝ ਕਾਨੂੰਨ ਦੀਆਂ ਗੱਲਾਂ ਆ ਜਾਂਦੀਆਂ ਨੇ ਕਿ ਰੇਲਵੇਜ਼ ਆਪਣਾ ਇਸ ਤੋਂ ਪੱਲਾ ਝਾੜੇਗੀ, ਕਿਉਂਕਿ ਰੇਲਵੇਜ਼ ਦੇ ਵਾਸਤੇ ਅਲੱਗ-ਅਲੱਗ ਕਾਨੂੰਨ ਸਾਡੇ ਹੈਗੇ ਕਿ ਰੇਲਵੇਜ਼ ਦੇ ਵਿੱਚ ਕਿਹੜਾ ਐਕਸੀਡੈਂਟ ਮੰਨਿਆ ਜਾਂਦਾ ਹੈ, ਕਿਹੜੀ ਮੌਤ ਰੇਲਵੇਜ਼ ਦੇ ਉੱਪਰ ਹੁੰਦੀ ਹੈ, ਉਹਦਾ ਕਿਸ ਢੰਗ ਦੇ ਨਾਲ ਕਲੇਮ ਕੀਤਾ ਜਾ ਸਕਦਾ ਹੈ। ਸਾਨੂੰ ਉਹ ਬਾਰੀਕੀਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ ਹੈ। ਨੰਬਰਸ ਮੈਂ ਨਹੀਂ ਦੱਸ ਸਕਦਾ ਕਿੰਨਾ ਨੰਬਰ ਹੈ, ਸ਼ਾਇਦ ਇੰਨਾ ਨੰਬਰ ਨਹੀਂ ਹੈ, ਜੋ ਘੱਟ ਨੰਬਰ ਹੈ ਜਿਹੜਾ ਕਿ ਇਸ ਢੰਗ ਨਾਲ ਹੋਇਆ ਹੈ। ਪਰ ਅਸੀਂ ਤੱਕ ਸੁਣਿਆ ਕਿ ਟ੍ਰੇਨਸ ਦੇ ਵਿੱਚ ਹੋਏ ਨੇ, ਕੁਝ ਸੜਕ ਤੇ ਹੋਏ, ਉਹਨਾਂ ਦੇ ਲੀਹਾਂ ਤੇ ਹੋ ਗਏ, ਕਿਸ ਢੰਗ ਨਾਲ ਵੀ ਜਿਹੜੇ ਹੋਏ, ਉਹ ਸਾਰਿਆਂ ਦਾ ਇੱਕ ਸਿੱਧਾ ਕੁਝ ਪੈਸਾ, ਜਿਵੇਂ ਕਿ 5 ਲੱਖ ਰੁਪਈਆ ਕੁਝ ਪਰਿਵਾਰ, ਇਹਦੇ ਹਿਸਾਬ ਦੇ ਨਾਲ ਕੇਂਦਰ ਸਰਕਾਰ ਨੂੰ ਲੋਕਾਂ ਨੂੰ ਮੁਹੱਈਆ ਕਰਵਾਉਣਾ ਚਾਹੀਦਾ ਹੈ, ਤਾਂ ਕਿ ਉਹ ਜਿਹੜਾ ਘਰ ਦਾ ਕੋਈ ਮੈਂਬਰ ਤੁਹਾਡਾ ਜਿਹਦਾ ਮੌਤ ਹੋ ਗਈ ਜਾਂ ਹੋਰ ਜਾਣੇ ਹੋ ਗਏ, ਉਹ ਤਾਂ ਵਾਪਸ ਨਹੀਂ ਆ ਸਕਦਾ, ਪਰ ਉਹ ਗਰੀਬ ਪਰਿਵਾਰਾਂ ਦੇ ਵਾਸਤੇ ਕੁਝ ਨਾ ਕੁਝ ਕਿਸੇ ਢੰਗ ਨਾਲ ਉਹ ਸਹਾਈ ਹੋ ਸਕਦਾ ਹੈ, ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਉਹਦੇ ਨਾਲ, ਅਗਰ ਉਹਨਾਂ ਨੂੰ ਇਹ ਇਮਦਾਦ ਦੇਵੇ। ਇਹ ਕਾਨੂੰਨ ਦੇ ਵਿੱਚ ਪੈਣ ਵਾਲੀ ਗੱਲ ਨਹੀਂ, ਇੱਕ ਅਲੱਗ ਦੀ ਅਨਪ੍ਰੈਸੀਡੈਂਟਡ ਜਿਹੜੀ ਕਿ ਚੀਜ਼ ਹੋਈ ਹੈ, ਉਹਦੇ ਵਾਸਤੇ ਅਸੀਂ ਕਾਨੂੰਨ ਦਾ ਇੱਧਰ ਉੱਧਰ ਅਲੱਗ-ਅਲੱਗ ਅਥਾਰਟੀਜ਼ ਕਾਨੂੰਨ ਦਾ ਇੱਕ ਬਹਾਨਾ ਲੈ ਕੇ, ਇੱਕ ਆੜ ਦੇ ਵਿੱਚ ਇਹ ਨਹੀਂ ਕਰ ਸਕਦੇ ਕਿ ਲੋਕਾਂ ਨੂੰ ਉਹਦਾ ਫਾਇਦਾ ਜੋ ਇੱਕ ਸਹੂਲਤ ਮਿਲਣੀ ਚਾਹੀਦੀ ਉਹ ਨਾ ਮਿਲੇ। ਜਿਹੜੇ ਸਰਕਾਰ ਦੇ ਦਾਅਵੇ ਨੇ ਕਿ ਅਸੀਂ ਮਜ਼ਦੂਰਾਂ ਨੂੰ ਘਰ ਘਰ ਦੇ ਵਿੱਚ 5-5 ਕਿਲੋ ਆਟਾ ਪਰ ਪਰਸਨ ਨਾਲ 1 ਕਿਲੋ ਦਾਲ ਅਸੀਂ ਹਰੇਕ ਜਗ੍ਹਾ ਤੇ ਪਹੁੰਚਾ ਦਿੱਤੀ ਹੈ, ਕੀ ਤੁਹਾਨੂੰ ਲੱਗਦਾ ਕਿ ਉਹ ਪਹੁੰਚਣ ਦੇ ਬਾਵਜੂਦ ਮਜ਼ਦੂਰ ਜਿਹੜੇ ਹੈਗੇ ਸੀ ਉਹ ਪਲਾਇਨ ਕਰਨਾ ਸ਼ੁਰੂ ਕਰ ਗਏ? ਉਹ ਪਹੁੰਚਿਆ ਵੀ ਨਹੀਂ। ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈ, ਉਹਦੇ ਤਹਿਤ ਕੋਈ ਮਈ ਦੇ ਮਹੀਨੇ ਵਿੱਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਕੋਈ 14 ਕਰੋੜ ਲੋਕਾਂ ਨੂੰ ਨਹੀਂ ਮਿਲਿਆ। ਜਿਹੜਾ ਕਿ ਕਹਿੰਦੇ ਨੇ ਕਿ 80 ਕਰੋੜ ਲੋਕਾਂ ਨੂੰ ਦੇਣਾ ਸੀ, ਉਹਦੇ ਵਿੱਚੋਂ 14 ਕਰੋੜ ਲੋਕਾਂ ਨੂੰ ਨਹੀਂ ਮਿਲਿਆ। ਬਹੁਤ ਵੱਡਾ ਨੰਬਰ ਹੁੰਦਾ ਹੈ 14 ਕਰੋੜ ਲੋਕ, 14 ਕਰੋੜ ਜਿਨ੍ਹਾਂ ਨੂੰ ਨਹੀਂ ਮਿਲਿਆ। ਅਤੇ ਜਿਹੜਾ ਕਿ ਇਹਨਾਂ ਨੇ ਦੂਜਾ ਇੱਕ ਹੋਰ ਉਸ ਤੋਂ ਐਡੀਸ਼ਨ ਸਾਡਾ ਬਾਰ-ਬਾਰ ਮੰਗ ਕਰਨ ਤੋਂ ਬਾਅਦ ਕਿ ਜਿਹੜੇ ਬਹੁਤ ਲੋਕ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਆਉਂਦੇ ਹੀ ਨਹੀਂ ਹਨ, ਜਿਨ੍ਹਾਂ ਦੇ ਪਾਸ ਅੱਜ ਤੁਸੀਂ ਉਹਨਾਂ ਨੂੰ ਆਪਣੇ ਸਿਸਟਮ ਦੇ ਵਿੱਚ ਗਿਣਿਆ ਹੀ ਨਹੀਂ ਹੋਇਆ, ਜਿਨ੍ਹਾਂ ਨੂੰ ਇਹ ਵੀ ਅਧਿਕਾਰ ਨਹੀਂ ਇੱਕ ਲਾਈਨ ਦੇ ਵਿੱਚ ਅਖੀਰਲੇ ਨੰਬਰ ਤੇ ਵੀ ਲੱਗ ਕੇ ਕੁਝ ਉਡੀਕ ਕਰ ਸਕਣ ਕਿ ਸਾਨੂੰ ਕੁਝ ਮਿਲੇਗਾ, ਤੁਸੀਂ ਉਹਨਾਂ ਨੂੰ ਦਿਓ। ਉਹਨਾਂ ਨੂੰ ਪਹਿਲਾਂ ਨਹੀਂ ਦਿੱਤਾ, ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਉਸ 11 ਕਰੋੜ ਤੋਂ ਉੱਪਰ ਲੋਕ ਨੇ ਉਹਨਾਂ ਦੇ ਵਿੱਚ ਵੀ 8 ਕਰੋੜ ਵਾਸਤੇ ਇਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਸਿਰਫ 2 ਮਹੀਨਿਆਂ ਵਾਸਤੇ 5-5 ਕਿਲੋ ਹੀ ਦੇਵਾਂਗੇ। ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਹੁਣੇ, ਇਹ 5-5 ਕਰੋੜ 5-5 ਕਿਲੋ ਕਾਫੀ ਨਹੀਂ ਹੈ, ਇਹ ਪਰਿਵਾਰ ਦੇ ਵਾਸਤੇ ਬਹੁਤ ਨਹੀਂ। ਤੁਹਾਨੂੰ ਹੋਰ ਬਹੁਤ ਕੁਝ ਚਾਹੀਦਾ ਹੈ ਕਿ ਇਕੱਲੇ ਕਣਕ ਜਾਂ ਚਾਵਲ ਅਤੇ ਦਾਲ ਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਏਗਾ? ਕਿ ਤੁਹਾਨੂੰ ਉਹਦੇ ਵਾਸਤੇ ਨਮਕ, ਮਿਰਚ, ਮਸਾਲੇ, ਘੀ, ਤੇਲ,
ਉਹ ਚੀਜ਼ਾਂ ਦੀ ਨਹੀਂ ਜ਼ਰੂਰਤ, ਕਿ ਦੁੱਧ ਦੀ ਬੱਚਿਆਂ ਵਾਸਤੇ ਘਰ ਜਿਹੜੇ ਬੱਚੇ ਨੇ ਜ਼ਰੂਰਤ ਨਹੀਂ। ਇੱਕ ਚੀਜ਼ ਦਾ ਤੁਹਾਨੂੰ ਮੈਂ ਬਿਲਕੁਲ ਦੱਸ ਸਕਦਾ ਹਾਂ, ਜਿਹੜੀ ਇੱਥੇ ਸਥਿਤੀ ਹੈ ਕਿ ਬਹੁਤ ਜ਼ਿਆਦਾ ਇਹਨਾਂ ਦੇ ਵਿੱਚੋਂ ਪਰਿਵਾਰ ਹੋ ਗਏ ਜਿਨ੍ਹਾਂ ਦੇ ਪਾਸ 2 ਪੈਸੇ ਵੀ ਜੇਬ ਦੇ ਵਿੱਚ ਨਹੀਂ ਹਨ, ਜਿਹੜੇ ਕਿ ਇਹ ਨੰਬਰ ਸੀ ਤਾਜੁਬ ਹੋਏਗਾ, ਤੁਹਾਨੂੰ ਪਤਾ ਵੀ ਹੋਏਗਾ ਜ਼ਰੂਰ, ਸ਼ਾਇਦ ਤਾਜੁਬ ਨਹੀਂ, ਕਿ ਸਾਡੇ 15 ਕਰੋੜ ਲੋਕ ਤਾਂ ਹਿੰਦੁਸਤਾਨ ਦੇ ਵਿੱਚ 15 ਕਰੋੜ ਤਾਂ ਉਹਨੇ ਜਿਹੜੇ ਦਿਹਾੜੀ ਵਾਲੇ ਨੇ। ਹਾਂਜੀ, ਰੋਜ਼ਾਨਾ ਰੁਜ਼ਗਾਰ ਕਰਦੇ ਸਨ, ਦਿਹਾੜੀ ਉਹਨਾਂ ਨੂੰ ਮਿਲਦੀ ਸੀ, ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ। ਅਤੇ 25 ਕਰੋੜ ਉਹ ਨੇ ਜਿਹੜੇ ਕਿ ਆਪਣਾ ਕੰਮ ਕਰਦੇ ਨੇ, ਜਿਵੇਂ ਕੋਈ ਰੇਹੜੀ ਖਿੱਚਦਾ ਹੈ, ਕੋਈ ਫਰੂਟ ਵੇਚਦਾ ਹੈ, ਕੋਈ ਸਬਜ਼ੀ ਵੇਚਦਾ ਹੈ, ਕੋਈ ਜੇ ਛੋਟਾ ਜਿਹਾ ਲੋਹਾਰ ਬੈਠਾ ਹੈ, ਕੋਈ ਮਿਸਤਰੀ ਬੈਠਾ ਹੈ, ਕਦੇ ਕੋਈ ਕੋਬਲਰ ਬੈਠਾ ਹੈ। 25 ਕਰੋੜ ਤਕਰੀਬਨ ਇਹ ਨੇ। 40 ਕਰੋੜ ਲੋਕ ਇਸ ਤਰ੍ਹਾਂ ਦੇ ਨੇ। ਵੈਸੇ ਓਵਰਲੈਪਿੰਗ ਆ ਜਾਂਦੀ ਹੈ ਜਦੋਂ ਅਸੀਂ SMEs ਵਗੈਰਾ ਦੀ ਗੱਲ ਕਰੀਏ, ਪਰ ਉਹ ਛੱਡ ਕੇ 40 ਕਰੋੜ ਲੋਕ ਉਹ ਨੇ ਜਿਨ੍ਹਾਂ ਦਾ ਸਿਰਫ ਰੋਜ਼ਾਨਾ ਦੇ ਆਪਣੇ ਕਮਾਈ ਤੇ ਹੀ ਮੁਨਸਰ ਹੈ ਉਹਨਾਂ ਦਾ ਜੀਵਨ ਆਪਣਾ ਬਤੀਤ ਕਰਨਾ। ਉਹ ਲੋਕਾਂ ਦਾ ਕੀ ਹਾਲ ਹੋਇਆ ਜਦੋਂ ਕਿ ਬਿਲਕੁਲ ਹੀ ਆਮਦਨੀਆਂ ਬੰਦ ਹੋ ਗਈਆਂ। ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿਹੜੀ ਬਿਲਕੁਲ ਭੈੜੀ ਹਾਲਾਤ ਦੇ ਵਿੱਚ ਉਹ ਲੋਕਾਂ ਨੇ ਆਪਣਾ ਜੀਵਨ ਇਹ ਦਿਨਾਂ ਦੇ ਵਿੱਚ ਕੱਟਿਆ। ਅਤੇ ਉਹਦੇ ਵਾਸਤੇ ਇਹ ਸਰਕਾਰ ਸੰਵੇਦਨਹੀਨ ਰਹੀ ਹੈ। ਉਹ ਗੱਲ ਉਹਨਾਂ ਨੂੰ ਸਰਕਾਰ ਦੇ ਸ਼ਾਇਦ ਜਾਇਜ਼ਾ ਹੀ ਨਹੀਂ ਲੱਗਿਆ, ਅੰਦਾਜ਼ਾ ਹੀ ਨਹੀਂ ਹੋਇਆ ਕਿ ਲੋਕਾਂ ਦਾ ਕੀ ਹਾਲ ਹੈ। ਕਿ ਮੋਦੀ ਸਰਕਾਰ ਦੇ ਇੱਕ ਵੀ ਬਿਆਨ ਤੋਂ ਤੁਹਾਨੂੰ ਇਦਾਂ ਦਾ ਲੱਗਾ ਕਿ ਉਹਨਾਂ ਨੂੰ ਕਿਤੇ ਕੁਛ ਰਤਾ ਜਿਹਾ ਵੀ ਅੰਦਾਜ਼ਾ ਹੋਏਗਾ ਵੀ ਕਿਸ ਤਰੀਕੇ ਨਾਲ ਲੋਕ ਸੜਕਾਂ ਤੇ ਮਰੇ ਨੇ ਜਾਂ ਤੁਰੇ ਨੇ, ਜਾਂ ਲੋਕੀ ਹਸਪਤਾਲਾਂ ਦੇ ਬਾਹਰ ਧੱਕੇ ਖਾ ਖਾ ਕੇ ਮਰ ਰਹੇ ਨੇ? ਪਰਸੋਂ ਸਾਡੇ ਹੋਮ ਮਿਨਿਸਟਰ ਸਾਹਿਬ ਦਾ ਬਿਆਨ ਸੀ, ਬੜਾ ਅਜੀਬ ਬਿਆਨ ਸੀ ਕਿ ਹੋ ਸਕਦਾ ਹੈ, ਪਹਿਲਾਂ ਅਜਿਹਾ ਵੀ ਵੈਸੇ ਉਹ ਕਦੇ ਕਹਿੰਦੇ ਨਹੀਂ, ਹੋ ਸਕਦਾ ਹੈ ਕਿ ਸਰਕਾਰ ਕਿਸੇ ਗੱਲ 'ਚ ਨਾਕਾਮ ਰਹੀ ਹੋਵੇ, ਸਰਕਾਰ ਦੀ ਕਮੀ ਰਹਿ ਗਈ ਹੋਵੇ ਕੰਮ ਦੇ ਵਿੱਚ। ਮਤਲਬ ਕੀ ਹੋ ਸਕਦਾ ਹੈ, ਹਜੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਇਸ ਚੀਜ਼ ਦਾ। ਕਹਿੰਦੇ ਪਰ ਆਪੋਜੀਸ਼ਨ ਨੇ ਕੀ ਕੀਤਾ, ਉਹ ਇਹ ਸਵਾਲ ਪੁੱਛ ਰਹੇ ਨੇ, ਪਰ ਆਪੋਜੀਸ਼ਨ ਨੇ ਕੀ ਕੀਤਾ। ਇਸ ਤੋਂ ਹੀ ਅੰਦਾਜ਼ਾ ਲਗਾ ਸਕਦਾ ਕਿ ਉਹਨਾਂ ਦੀ ਅਪਰੋਚ ਸਾਰੀ ਗੱਲ ਤੇ ਕੀ ਹੈ। ਇੱਥੇ ਆਪੋਜੀਸ਼ਨ ਨੇ ਕੁਝ ਕਰਨਾ ਸੀ। ਆਪੋਜੀਸ਼ਨ ਨੇ ਜਿਹੜੀਆਂ ਗੱਲਾਂ ਕਹੀਆਂ, ਸਮੇਂ ਸਮੇਂ ਤੇ ਕੋਈ ਚੇਤਾਵਨੀ ਦਿੰਦੇ ਰਹੇ। ਕੋਈ ਸਾਡੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਜਦੋਂ ਕਈ ਵਾਰ ਲਿਖਿਆ ਉਹਨਾਂ ਨੂੰ ਮਨਰੇਗਾ ਨੂੰ ਕਰੋ, ਅੱਛਾ ਹੋਰ ਮੰਗਾਂ ਕੀਤੀਆਂ, ਉਹਨਾਂ ਨੇ ਕਿਸੇ ਚੀਜ਼ ਤੇ ਗੌਰ ਨਹੀਂ ਕੀਤਾ, ਧਿਆਨ ਨਹੀਂ ਕੀਤੀ। ਇਹ ਸਮਝਦੇ ਸੀ ਕਿ ਦੂਜੇ ਦਾ ਸ਼ਾਇਦ ਰਾਸਤੇ ਦੇ ਵਿੱਚ ਮੁਸ਼ਕਲਾਂ ਹੀ ਪੈਦਾ ਕਰਦੇ ਨੇ। ਸਾਨੂੰ ਸਭ ਕੁਝ ਆਉਂਦਾ ਹੈ, ਸਾਨੂੰ ਸਭ ਕੁਝ ਪਤਾ ਹੈ। ਸਾਡੇ ਆਪਣੇ ਆਪ ਦੇ ਵਿੱਚ ਵਿਸ਼ਵਾਸ ਆਦਮੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਪਰ ਉਹ ਆਤਮ ਵਿਸ਼ਵਾਸ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਜਿਹਦੇ ਨਾਲ ਹੋਰ ਚੀਜ਼ਾਂ ਦਾ ਕੋਈ ਜਿਹੜਾ ਇੱਕ ਸਹੀ ਰਾਸਤਾ ਹੁੰਦਾ ਹੈ ਵਧਣ ਦਾ, ਅੱਗੇ ਉਹ ਸ਼ਾਇਦ ਦਿਖਣਾ ਬੰਦ ਹੋ ਗਿਆ ਜੀ। ਹਸਪਤਾਲ ਦੇ ਉੱਤੇ ਰੋਜ਼ ਦੀ ਨਵੀਂ ਵੀਡੀਓ ਆ ਰਹੀ ਹੈ ਕਿ ਲੋਕੀ ਇੱਕ ਜਾਣਾ, ਅਗਰ ਇੱਕ ਕਿਸੇ ਦੀ ਮਾਂ ਬਿਮਾਰ ਹੈ, ਕਿਸੇ ਦੀ ਵਹੁਟੀ ਬਿਮਾਰ ਹੈ, ਕਿਸੇ ਦਾ ਘਰ ਵਾਲਾ ਬਿਮਾਰ ਹੈ, 9 ਤੋਂ 10 ਹਸਪੀਟਲ ਦੇ ਚੱਕਰ ਲਾਉਣ ਦੇ ਬਾਵਜੂਦ ਵੀ ਅਗਰ ਸਿਫਾਰਿਸ਼ ਨਹੀਂ ਹੈਗੀ ਤੇ ਉਹ ਅੰਦਰ ਨਹੀਂ ਜਾ ਸਕਦਾ, ਉਸਨੂੰ ਬੈੱਡ ਨਹੀਂ ਮਿਲਦਾ। ਕੁਝ ਐਂਬੂਲੈਂਸ 'ਚ ਮਰ ਰਹੇ ਨੇ, ਕੁਝ ਸੜਕ ਤੇ, ਕੁਝ ਘਰ ਵਾਪਸ ਆ ਕੇ। ਇਹਦੇ ਉੱਤੇ ਤੁਹਾਡਾ ਕੀ ਕਹਿਣਾ? ਦੁਖਦਾਇਕ ਹੈ ਜਿਹੜੀ ਵੀ ਕੋਈ ਘਟਨਾ ਹੋਵੇ। ਬਹੁਤ ਜ਼ਿਆਦਾ ਜਗ੍ਹਾ ਬਹੁਤ ਘਟਨਾ ਨਹੀਂ ਹਨ, ਜਿਵੇਂ ਕਿ ਕਈ ਵਾਰ ਇੱਕ ਪਿਕਚਰ ਪ੍ਰੋਜੈਕਟ ਹੋ ਜਾਂਦੀ ਹੈ। ਪੂਰੇ ਹਿੰਦੁਸਤਾਨ ਦਾ ਮੈਂ ਜ਼ਿਕਰ ਕਰ ਰਿਹਾ ਹਾਂ। 19 ਹਾਲਾਤ ਉਵੇਂ ਨਹੀਂ ਜਿੰਨੀ ਕਿ ਜਿਵੇਂ ਕਿ ਸ਼ਾਇਦ ਤੁਹਾਨੂੰ ਵੀ ਉੱਥੇ ਬੈਠੇ ਇੰਨੀ ਦੂਰ ਬੈਠੇ ਇਸ ਤਰ੍ਹਾਂ ਲੱਗ ਰਿਹਾ ਹੋਵੇ। ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਇਹ ਗੱਲ ਦੀ ਵੀ ਮੈਨੂੰ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਿ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਨਹੀਂ ਹੈ। ਪਰ ਇਹ ਇੱਕ ਸਾਡੀ ਲੌਂਗ ਟਰਮ ਚੀਜ਼ ਹੈ। ਇਹ ਸਾਡੀਆਂ ਫਾਲਟ ਲਾਈਨਸ ਕੀ ਨੇ, ਸਾਡੇ ਹਿੰਦੁਸਤਾਨ ਦੇ ਸਿਸਟਮ ਦੀਆਂ ਫਾਲਟ ਲਾਈਨਸ ਕੀ ਨੇ, ਇਹ ਉਹ ਉਜਾਗਰ ਹੁੰਦੀਆਂ ਨੇ ਇਹਦੇ ਨਾਲ। ਸਹੀ ਮਾਇਨੇ ਦੇ ਵਿੱਚ ਸਰਕਾਰ ਨੂੰ ਜ਼ੋਰ ਦੇਣਾ ਚਾਹੀਦਾ ਹੈ, ਜਿਹੜੀ ਕਿ ਪਬਲਿਕ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਸਰਕਾਰੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਉਹ ਹਸਪਤਾਲਾਂ ਦੇ ਵਿੱਚ ਪੂਰੇ ਜ਼ੋਰ ਨਾਲ ਹੋਣੀ ਚਾਹੀਦੀ ਹੈ, ਉਹ ਐਜੂਕੇਸ਼ਨ ਵਿੱਚ ਪੂਰੇ ਜ਼ੋਰ ਨਾਲ ਹੋਣੀ ਚਾਹੀਦੀ ਹੈ, ਉਹ ਫੂਡ ਤੇ ਹੋਣੀ ਚਾਹੀਦੀ ਹੈ। ਤੁਹਾਡੇ ਖਾਣ ਦਾ ਜਿਹੜਾ ਸਮਾਨ ਹੈ, ਜਿਹਦਾ ਆਪਾਂ ਜ਼ਿਕਰ ਪਹਿਲਾਂ ਕਰਦੇ ਰਹੇ ਹਾਂ, ਇਹ 3 ਚੀਜ਼ਾਂ ਤੇ ਸਰਕਾਰ ਵੱਲੋਂ ਪੂਰੇ ਜ਼ੋਰ ਨਾਲ ਇਨਵੈਸਟਮੈਂਟ ਹੋਣੀ ਚਾਹੀਦੀ ਸੀ, ਜਿਹੜੀ ਕਿ ਨਹੀਂ ਹੋਈ। 6 ਸਾਲਾਂ ਬੜੇ ਵੱਡੇ ਵਾਅਦੇ ਹੋਏ, ਉਹਦੇ ਅਗਰ ਇਹ ਹੋ ਗਿਆ ਹੁੰਦਾ, ਲੋਕਾਂ ਦੀ ਆਮਦਨੀ ਬੇਸ਼ੱਕ ਘੱਟ ਵੀ ਚੁੱਕੀ ਹੁੰਦੀ, ਅਗਰ ਇਹ ਗੱਲਾਂ ਤੋਂ ਸਹੂਲਤ ਹੋਏ ਸਾਡੇ ਨੋਰਮਲ ਹਾਲਾਤ ਦੇ ਵਿੱਚ ਵੀ, ਤਾਂ ਅੱਗੇ ਲੋਕਾਂ ਨੂੰ ਠੀਕ ਅਗਾਂਹ ਨੂੰ ਵੀ ਰਿਹਾ ਜਾ ਸਕਦਾ ਹੈ। ਹੁਣ ਇਸ ਤੋਂ ਬਹੁਤ ਵੱਡਾ ਇੱਕ ਸਬਕ ਸਾਨੂੰ ਇਹ ਮਿਲਦਾ ਹੈ, ਜਿਹੜਾ ਲੈਣ ਦੀ ਜ਼ਰੂਰਤ ਹੈ ਸਰਕਾਰ ਨੂੰ, ਕਿ ਇਸ ਤੋਂ ਬਾਅਦ ਜਿਵੇਂ ਕਿ ਦਿੱਲੀ ਦੇ ਵਿੱਚ ਤੁਸੀਂ ਜ਼ਰੂਰ ਇੱਕ ਸੁਣਿਆ ਹੋਏਗਾ, ਦੇਖਿਆ ਵੀ ਹੋਏਗਾ, ਸ਼ਾਇਦ ਉਸ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਵੀ ਕੀਤੀ ਹੋਏਗੀ। 20,000 ਕਰੋੜ ਰੁਪਈਏ ਦਾ ਸੈਂਟਰਲ ਵਿਸਟਾ ਪਾਰਲੀਮੈਂਟ ਨਵਾਂ ਬਣਾਉਣੀ, ਪ੍ਰਧਾਨ ਮੰਤਰੀ ਦਾ ਮਕਾਨ ਨਵਾਂ ਬਣਾਉਣਾ, 20,000 ਕਰੋੜ ਰੁਪਈਆ ਉਹਨਾਂ ਚੀਜ਼ਾਂ ਦੇ ਲਗਾਉਣ ਦੇ ਵਾਸਤੇ ਅੱਜ ਵੀ ਜ਼ਿੱਦ ਕਰੀ ਜਾ ਰਹੇ ਹਾਂ। ਅਸੀਂ ਜਲਦੀ ਲਗਾ ਰਹੇ ਹਾਂ। ਪ੍ਰਧਾਨ ਮੰਤਰੀ ਦੇ ਜਹਾਜ਼ਾਂ ਵਾਸਤੇ 2 ਵਾਸਤੇ 800 ਕਰੋੜ ਰੁਪਈਆ ਨਵਾਂ ਉਹਨਾਂ ਤੇ ਲਗਾਉਣ ਲੱਗੇ ਹਾਂ। ਇਹ ਚੀਜ਼ਾਂ ਤੇ ਸਾਨੂੰ ਹਸਪਤਾਲਾਂ ਤੇ
ਪੈਸਾ ਅੱਜ ਲਗਾਉਣ ਦੀ ਜ਼ਰੂਰਤ ਹੈ। ਇੱਕ ਬਹੁਤ ਸ਼ਾਨਦਾਰ ਵਧੀਆ ਪਬਲਿਕ ਹੈਲਥ ਸਿਸਟਮ ਹੋਣਾ ਚਾਹੀਦਾ ਹੈ। ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ ਸਕੂਲ, ਪ੍ਰਾਈਵੇਟ ਕਾਲਜਿਸ ਦੇ ਵਾਸਤੇ ਨਾ ਜਾਣਾ ਪਵੇ। ਸਰਕਾਰ ਦਾ ਇੰਨਾ ਉੱਚਾ ਸਟੈਂਡਰਡ ਉੱਠਣਾ ਚਾਹੀਦਾ ਹੈ। ਅਗਰ ਤੁਸੀਂ ਮੈਨੂੰ ਕਰੋ ਸਵਾਲ ਕਿ ਇਹ ਤਾਂ ਬਹੁਤ ਦੇਰ ਤੋਂ ਹੈ, ਪਰ ਬਹੁਤ ਦੇਰ ਤੋਂ ਕੁਛ ਨਾ ਕੁਛ ਇਸ 'ਤੇ ਇੰਪਰੂਵਮੈਂਟ ਹੁੰਦੀ ਰਹੀ, ਕੁਛ ਨਾ ਕੁਛ ਬਿਹਤਰ ਹੁੰਦਾ ਰਿਹਾ। ਰਾਜੀਵ ਗਾਂਧੀ ਜੀ ਨੇ ਇਸ 'ਤੇ ਕੀਤਾ ਸੀ ਨਵੋਦਿਆ ਵਿਦਿਆਲਿਆ ਦੇ ਨਾਲ। ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਅਜਿਹਾ ਬਣਾਉਣਾ ਸੀ ਜਿਹੜਾ ਕਿ ਰੈਜ਼ੀਡੈਂਸ਼ੀਅਲ ਪਬਲਿਕ ਸਕੂਲ ਦੇ ਬਰਾਬਰ ਦਾ ਵਧੀਆ ਸਕੂਲ ਹੋਵੇ। ਉੱਥੇ ਗਰੀਬ ਤੋਂ ਗਰੀਬ ਪਰਿਵਾਰਾਂ ਦੇ ਬੱਚੇ ਉੱਥੇ ਆ ਕੇ ਸਕੂਲਾਂ ਦੇ ਵਿੱਚ ਪੜ੍ਹ ਪਾਉਣ। ਇਸ ਢੰਗ ਦੇ ਨਾਲ ਇਹ ਸਰਕਾਰ ਨੇ ਅਗਾਂਹ ਕੁਛ ਵਧਿਆ ਹੀ ਨਹੀਂ, ਬਲਕਿ ਇਹਨਾਂ ਨੇ ਤਾਂ ਸਿੱਖਿਆ ਤੇ ਅਤੇ ਹੈਲਥ ਤੇ ਜਿਹੜੀ ਸੈਂਟਰਲ ਐਲੋਕੇਸ਼ਨ ਹੁੰਦੀ ਹੈ, ਪਰਸੈਂਟੇਜ ਆਫ ਦੀ ਟੋਟਲ ਐਕਸਪੈਂਡੀਚਰ ਐਂਡ ਪਰਸੈਂਟੇਜ ਆਫ GDP ਵਧਾਇਆ ਨਹੀਂ, ਜਿਸ ਹਿਸਾਬ ਨਾਲ ਵਧਾ ਦੇਣਾ ਚਾਹੀਦਾ ਹੈ। ਕਿਤੇ ਕਿਤੇ ਬਲਕਿ ਘੱਟ ਗਿਆ ਹੈ। ਉਹ ਗੱਲਾਂ ਮੈਂ ਫਾਲਟ ਲਾਈਨ ਕਹਿ ਕੇ ਹੀ ਗੱਲ ਕਰਦਾ। ਇਹ ਉਸ ਫਾਲਟ ਲਾਈਨ ਸਾਡੇ ਸਾਹਮਣੇ ਮੈਨੀਫੈਸਟ ਹੋਈ ਹੈ, ਤੇ ਇਹ ਕਹੀਏ ਅਸੀਂ ਅੱਜ ਨਹੀਂ ਇਹ ਹੋਇਆ, ਇਹ ਸ਼ਾਇਦ ਗੱਲ ਨੂੰ ਮੈਂ ਉਹਨਾਂ ਵਧਾਉਣਾ ਵੀ ਨਹੀਂ ਚਾਹਾਂਗਾ। ਮੈਂ ਅੰਤ ਤੇ ਇੱਕ ਗੱਲ ਕਹਿ ਕੇ ਫਿਨਿਸ਼ ਕਰਨਾ ਚਾਹਾਂਗਾ ਇਹਨੂੰ, ਕਿਉਂਕਿ 70 ਸਾਲ ਦੇ ਵਿੱਚ ਬਹੁਤ ਵੱਡਾ ਇੱਕ ਹਿੱਸਾ ਕਾਂਗਰਸ ਦੀ ਵੀ ਸਰਕਾਰ ਰਹੀ ਹੈ। ਇਹਦੇ ਵਿੱਚ ਕਦੇ ਵੀ ਮੈਨੂੰ ਨਹੀਂ ਲੱਗਾ, ਮੈਂ ਵੀ ਆਪਣੀ ਲਾਈਫ ਦੇ ਬਹੁਤ ਸਾਰੇ ਸਾਲ ਉੱਥੇ ਕੱਢੇ ਨੇ ਇੰਡੀਆ ਦੇ ਵਿੱਚ, ਕੋਈ ਸਟੂਡੈਂਟ ਜਿਹੜਾ ਪ੍ਰਾਈਵੇਟ ਸਕੂਲ ਚੋਂ ਨਿਕਲ ਕੇ ਤੇ ਸਰਕਾਰੀ ਸਕੂਲ 'ਚ ਆਇਆ ਹੋਵੇ, ਉਹ ਇਹ ਕਹਿ ਕੇ ਕਿ ਹੁਣ ਸਰਕਾਰੀ ਸਕੂਲ ਦੀ ਜਿਹੜੀ ਸਟੱਡੀ ਹੈ, ਜਿਹੜੀ ਉਹਦੀ ਪ੍ਰਣਾਲੀ ਹੈ, ਇਹ ਬਹੁਤ ਵਧੀਆ ਹੈ। ਤੇ ਮੈਂ ਨਾ ਇਹ ਕਾਂਗਰਸ ਦੇ ਟਾਈਮ ਤੇ ਕਦੀ ਹੋ ਸਕਿਆ, ਨਾ ਇਹ BJP ਦੇ ਟਾਈਮ ਤੇ ਹੋਇਆ। ਜਦੋਂ ਤੱਕ ਇਹ ਚੀਜ਼ ਨਹੀਂ ਹੁੰਦੀ, ਨਾ ਇਹਦੇ ਵਿੱਚ ਕਾਂਗਰਸ ਸਫਲ ਹੈ, ਨਾ ਇਹਦੇ ਵਿੱਚ BJP ਸਫਲ ਹੈ। ਜਿਸ ਦਿਨ ਤੋਂ ਇਹ ਚੀਜ਼ ਹੋਏਗੀ ਕਿ ਲੋਕੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ 'ਚ ਆ ਕੇ ਪੜ੍ਹਨਗੇ, ਉਸ ਟੀਮ ਦੇ ਅਸੀਂ ਸਮਝਦੇ ਹਾਂ ਕਿ ਇਹ ਸਰਕਾਰ ਕਾਮਯਾਬ ਹੈਗੀ ਹੈ। ਲੋਕੀ ਜਿਸ ਦਿਨ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਤੋਂ ਛੱਡ ਕੇ ਸਰਕਾਰੀ ਦੇ ਵਿੱਚ ਜਾਣਗੇ ਆਪਣੀ ਜਾਨ ਬਚਾਉਣ ਲਈ, ਅੱਜ ਲੋਕੀ ਸਿਰਫ ਜਾਨ ਬਚਾਉਣ ਲਈ ਪ੍ਰਾਈਵੇਟ ਹਸਪਤਾਲ ਭਜਦੇ ਨੇ। ਬਿਲਕੁਲ ਕੁਝ ਸਰਕਾਰੀ ਹਸਪਤਾਲ ਇੰਨੇ ਸ਼ਾਨਦਾਰ ਨੇ ਜਿਹੜੇ ਕਿ ਹਰ ਇੱਕ ਤੋਂ ਉੱਪਰ ਨੇ, ਜਿਵੇਂ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਿੱਲੀ ਹੈ, ਹੋਰ ਜਗ੍ਹਾ ਬਣੇ ਨੇ, ਚੰਡੀਗੜ੍ਹ ਦੇ ਵਿੱਚ ਉੱਥੇ ਸਿਫਾਰਸ਼ੀ ਚੱਲਦੇ ਹੈ, ਉੱਥੇ ਆਮ ਬੰਦੇ ਦੀ ਅਪਰੋਚ ਨਹੀਂ ਪਹੁੰਚਦੀ। ਉਹ ਤਾਂ ਪ੍ਰਾਈਵੇਟ ਤੋਂ ਹਰ ਇੱਕ ਤੋਂ ਕਿਤੇ ਵੱਧ ਕੇ ਨੇ। ਉੱਥੇ ਲੋਕ ਤਾਂ ਨਹੀਂ ਜਾ ਸਕਦੇ ਕਿਉਂਕਿ ਰਸ਼ ਪੈਸੇ ਬਹੁਤ ਜ਼ਿਆਦਾ ਹੈ। ਇਸ ਕਾਰਨ ਜਿਹੜਾ ਆਦਮੀ 4 ਪੈਸੇ ਜ਼ਿਆਦਾ ਲਗਾ ਸਕਦਾ ਉਹ ਪ੍ਰਾਈਵੇਟ ਜਾਂਦਾ ਹੈ, ਪਰ ਜਿਹੜਾ ਨਹੀਂ ਲਗਾ ਸਕਦਾ ਉਹ PGI ਦੇ ਵਿੱਚ ਹੀ ਜਾਣਾ ਚਾਹੇਗਾ। ਤੇ ਮੇਰੇ ਹਿਸਾਬ ਦੇ ਵਿੱਚ PGI ਦੇ ਵਿੱਚ ਜਿਹੜਾ ਇਲਾਜ ਹੈ ਉਹ ਵਧੀਆ ਤੋਂ ਵਧੀਆ ਪ੍ਰਾਈਵੇਟ ਹਸਪਤਾਲਾਂ ਨਾਲੋਂ ਤੋਂ ਵੀ ਵਧੀਆ ਹੈ। ਉਹ ਤਾਂ ਗੱਲ ਇਹ ਹੈ। ਪਰ ਜਿਹੜੀ ਗੱਲ ਤੁਸੀਂ ਪਹਿਲਾਂ ਸਿੱਖਿਆ ਵਾਸਤੇ ਕਹੀ ਸੀ, ਉਸ ਨੂੰ ਮੈਂ ਮੰਨਦਾ ਹਾਂ ਕਿ ਜਿੰਨੀ ਦੇਰ ਤੱਕ ਜਿੰਨੇ ਸਰਕਾਰੀ ਸਕੂਲ ਨੇ ਉਹਨਾਂ ਦਾ ਲੈਵਲ ਵਧੀਆ ਤੋਂ ਵਧੀਆ ਪਬਲਿਕ ਸਕੂਲ, ਜਿਹੜੇ ਪ੍ਰਾਈਵੇਟ ਪਬਲਿਕ ਸਕੂਲ ਜਿਹਨਾਂ ਨੂੰ ਕਹਿੰਦੇ ਆ, ਸ਼ਬਦ ਬੜਾ ਅਜੀਬ ਹੈ, ਆਕਸੀਮੋਰਨ ਬਣ ਜਾਂਦਾ ਹੈ, ਪ੍ਰਾਈਵੇਟ ਅਤੇ ਪਬਲਿਕ ਕਹਿੰਦੇ ਆ। ਸਾਡੇ ਪਬਲਿਕ ਜਿਵੇਂ ਕਿ ਇੰਗਲੈਂਡ ਦੇ ਵਿੱਚ ਸੀ, ਉਹਦੇ ਹਿਸਾਬ ਦੇ ਨਾਲ ਪਬਲਿਕ ਰੈਜ਼ੀਡੈਂਸ਼ੀਅਲ ਸਕੂਲ ਜਿਹੜੇ ਹੁੰਦੇ ਸਨ, ਉਹਨਾਂ ਦੇ ਹਿਸਾਬ ਨਾਲ ਅਸੀਂ ਲੈਂਦੇ ਹਾਂ ਕਿ ਜਿਹੜੇ ਬਹੁਤ ਉੱਚੀ ਫੀਸ ਵਾਲੇ ਨੇ। ਜਿੰਨੀ ਦੇਰ ਤੱਕ ਇਹਨੂੰ ਇਹ ਕੋਈ ਛੱਡ ਕੇ ਨਹੀਂ ਜਾਏਗਾ ਕਿ ਕੋਈ ਉਸ ਸਕੂਲ ਦੇ ਵਿੱਚ ਉਹ ਛੱਡ ਕੇ ਪ੍ਰਾਈਵੇਟ ਸਕੂਲ 'ਚ ਜਾਏ, ਉਹ ਸਰਕਾਰੀ ਸਕੂਲ ਜਾਏਗਾ, ਨਹੀਂ ਹੋਏਗਾ। ਚਾਹੀਦਾ ਕੀ ਹੈ, ਜਿਹੜਾ ਕਿ ਕਾਂਗਰਸ ਨੇ ਸ਼ੁਰੂ ਕੀਤਾ ਸੀ, ਸਮਾਰਟ ਸਕੂਲ ਬਣਾਉਣੇ ਸ਼ੁਰੂ ਕੀਤੇ ਸਨ, ਨਵੀਆਂ ਬਿਲਡਿੰਗਾਂ ਨਾਲ ਨਵੇਂ ਵਧੀਆ ਸਕੂਲ ਬਣਾਉਣੇ ਸ਼ੁਰੂ ਕੀਤੇ ਸਨ, ਜਿਨ੍ਹਾਂ ਦੇ ਵਿੱਚ ਸਿੱਖਿਆ ਦਾ ਇੱਕ ਪੱਧਰ, ਉਹਨਾਂ ਦਾ ਇੱਕ ਸਟੈਂਡਰਡ ਉੱਚਾ ਹੋਵੇ। ਅਤੇ ਹੁਣ ਜ਼ਰੂਰਤ ਕੀ ਹੈ ਕਿ ਸਾਰੇ ਸਰਕਾਰੀ ਸਕੂਲ ਇਹ ਪ੍ਰਾਈਵੇਟ ਸਕੂਲ ਦੇ ਬਰਾਬਰ ਪਹੁੰਚ ਜਾਣ, ਉਹਨਾਂ ਤੋਂ ਵਧੀਆ ਹੋ ਜਾਣ, ਤਾਂ ਇਹ ਗੱਲ ਆਏਗੀ ਕਿ ਲੋਕ ਸਮਝਣਗੇ ਕਿ ਹਾਂ ਸਾਨੂੰ ਇੱਕ ਓਪਰਚੁਨਿਟੀ ਆਫ ਐਜੂਕੇਸ਼ਨ, ਸਾਨੂੰ ਇੱਕ ਅਧਿਕਾਰ ਜਿਹੜਾ ਹੈ ਉਹ RTE ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਇੱਕ ਐਕਟ ਬਣਾਇਆ ਸੀ, ਜਿਹਦੇ ਵਿੱਚ 25%, ਉਹ ਵੀ 2013 ਦੇ ਵਿੱਚ ਕਾਂਗਰਸ ਨੇ ਪਾਸ ਕੀਤਾ ਕਿ UPA ਨੇ, ਕਿ ਉਹਦੇ ਵਿੱਚ 25% ਜਿੰਨੇ ਪ੍ਰਾਈਵੇਟ ਪਬਲਿਕ ਸਕੂਲਸ ਨੇ, ਜਿਨ੍ਹਾਂ ਨੂੰ ਮੈਂ ਪ੍ਰਾਈਵੇਟ ਪਬਲਿਕ ਕਹਿੰਦਾ ਹੁੰਦਾ ਹਾਂ, ਉਹ ਪਬਲਿਕ ਸਕੂਲਸ ਨੇ, ਉਹਨਾਂ ਦੇ ਵਿੱਚ 25% ਉਹ ਬੱਚਿਆਂ ਨੂੰ ਉਹ ਸਕੂਲਾਂ ਦੇ ਵਿੱਚ EWS ਨੂੰ, ਕਮਜ਼ੋਰ ਵਰਗ ਦੇ ਜਿਹੜੇ ਮਾਲੀ ਹਾਲਾਤ ਜਿਹਨਾਂ ਦੀ ਕਮਜ਼ੋਰ ਹੈ, ਉਹਨਾਂ ਨੂੰ ਉਹਦੇ ਵਿੱਚ ਦਾਖਲਾ ਦੇਣਗੇ। ਇਹਦੇ ਨਾਲ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਇਹ ਤੋਂ ਵੱਧ ਵੀ ਨਹੀਂ ਦਿੱਤੇ ਜਾ ਸਕਦੇ। ਇਸ ਲਈ ਇਹਦਾ ਸਿਰਫ ਇਹ ਹੈ ਕਿ ਸਰਕਾਰ, ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਸਰਕਾਰ ਜ਼ਿਆਦਾ ਐਲੋਕੇਸ਼ਨ, ਜ਼ਿਆਦਾ ਪੈਸਾ ਸਿੱਖਿਆ ਤੇ ਅਤੇ ਸਵਾਸਥ ਸੇਵਾਵਾਂ ਤੇ ਲਗਾਵੇ ਅਤੇ ਫੂਡ ਸਿਕਿਉਰਿਟੀ ਤੇ ਲਗਾਵੇ, ਉਸ ਤੋਂ ਬਿਨਾਂ ਕੋਈ ਇਹਦਾ ਇਲਾਜ ਨਹੀਂ ਹੋ ਸਕਦਾ। ਤੁਹਾਡਾ ਸਾਨੂੰ ਅੱਜ ਦਾ ਟਾਈਮ ਦੇਣ ਦਾ, ਆਪਣਾ ਕੀਮਤੀ ਸਮਾਂ ਸਾਡੇ ਲਈ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਪਿਆਰ।